ਧੰਨ ਵਾਹਿਗੁਰੂ ਸਾਹਿਬ ਜੀ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਪਾਇਆ। ਬਸਤਰ ਨਾ ਪਹਿਰੈ ਅਹਨਿਸ ਕਹਿਰੈ, ਮੋਨ ਵਿਗੂਤਾ ਕਿਉ ਜਾਗੈ ਗੁਰ ਬਿਨ ਸੂਤਾ। ਭਗ ਉਪਿਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਛਾਈ ਪਾਈ। ਮੂਰਖ ਅੰਧੈ ਪਤ ਗਵਾਈ, ਵਿਨ ਨਾਵੈ ਕਿਛ ਥਾਏ ਨਾ ਪਾਈ। ਰਹੈ ਬਿਬਾਣੀ ਮੜੀ ਮਸਾਣੀ, ਅੰਧ ਨਾ ਜਾਣੈ ਫਿਰ ਪਛੁਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ, ਹਰਿ ਕਾ ਨਾਮ ਮਨ ਵਸਾਏ। ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਿਹ ਕੇਵਲ। ਹਉਮੈ ਸ਼ਬਦ ਜਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਪਾਵਨ ਵਿਚਾਰ, ਜੋ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਆਪਾਂ ਕੱਲ੍ਹ ਸ਼ਲੋਕ ਵਾਚ ਰਹੇ ਸਾਂ। ਇਹ 9ਵੀਂ ਪੌੜੀ ਦੇ ਨਾਲ ਦੂਸਰਾ ਸ਼ਲੋਕ ਹੈ। ਮੈਂ 2 ਦਿਨਾਂ ਤੋਂ ਬੇਨਤੀ ਕੀਤੀ ਹੈ ਕਿ ਪੌੜੀ ਜਿਹੜੀ ਹੈ ਇਹ ਪ੍ਰਮਾਤਮਾ ਦੇ ਗਾਉਣ ਵਾਲਿਆਂ ਦੀ ਹੈ, ਉਹਨਾਂ ਗੁਰਮੁਖਾਂ ਉਹਨਾਂ ਪਿਆਰਿਆਂ ਦੀ ਹੈ ਜਿਹੜੇ ਪ੍ਰਮਾਤਮਾ ਨੂੰ ਧਿਆਉਂਦੇ ਪਏ ਨੇ, ਉਹਦਾ ਨਾਮ ਜਪਦੇ ਨੇ। ਪਰ ਨਾਮ ਜਪਣ ਦੇ ਨਾਲ ਸਤਿਗੁਰੂ ਕਹਿਣ ਲੱਗੇ ਇਸ ਧਰਤੀ ਦੇ ਉੱਤੇ ਉਹ ਵੀ ਮਨੁੱਖ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਮੰਨੀ ਫਿਰਦੇ ਨੇ। ਉਹ ਵੀ ਲੋਕ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਪਏ ਨੇ, ਜਿਨ੍ਹਾਂ ਦੇ ਵੱਲ ਵੇਖ ਕੇ ਜਿਹੜਾ ਏ ਸਾਨੂੰ ਸਮਝ ਨਹੀਂ ਆਉਂਦੀ ਕਿ ਨਾ ਇਹ ਬੰਦੇ ਨੇ ਤੇ ਨਾ ਇਹ ਜਾਨਵਰ ਨੇ। ਸੋ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਆਪਾਂ ਇਹ ਕੱਲ੍ਹ ਸ਼ਲੋਕ ਵਾਚ ਰਹੇ ਸਾਂ ਕਿ ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ। ਬਹੁ ਭੇਖ ਕੀਆ ਦੇਹੀ ਦੁਖ ਦੀਆ, ਸੌਵੇ ਜੀਆ ਆਪਣਾ ਕੀਆ। ਸਤਿਗੁਰੂ ਕਹਿਣ ਲੱਗੇ ਮਨੁੱਖ ਜਿਉਂ ਜਿਉਂ ਪੜ੍ਹਦਾ ਏ ਤਿਉਂ ਤਿਉਂ ਅੰਦਰ ਹੰਕਾਰ ਇਕੱਠਾ ਹੁੰਦਾ ਜਾ ਰਿਹਾ। ਇੰਨਾ ਕੁ ਹੰਕਾਰ ਇਕੱਠਾ ਹੋ ਗਿਆ, ਹੁਣ ਤੀਰਥਾਂ ਤੇ ਰਟਨ ਕਰਦਾ ਏ, ਪਰ ਕਾਂ ਬੜੀ ਲਾਉਂਦਾ ਏ। ਮੈਂ ਇੱਥੇ ਗਿਆ, ਮੈਂ ਇੱਥੇ ਗਿਆ। ਸਤਿਗੁਰੂ ਕਹਿੰਦੇ ਇਹ ਧਰਮੀ ਬਣ ਕੇ ਵੀ ਧਰਮੀਆਂ ਵਾਲੇ ਕਰਮ ਨਾ ਕਰ ਸਕਿਆ, ਤਨ ਨੂੰ ਤੇ ਕਸ਼ਟ ਦਿੰਦਾ ਰਿਹਾ। ਜਿਸ ਵੇਲੇ ਤਨ ਦੇ ਉੱਤੇ ਕਸ਼ਟ ਆਇਆ ਤੇ ਕਹਿਣ ਲੱਗਾ ਪਰਮਾਤਮਾ ਦੀ ਰਜਾ ਏ। ਤੇ ਮੇਰੇ ਸਤਿਗੁਰਾਂ ਨੇ ਕਿਹਾ, ਕਹਿਣ ਲੱਗੇ ਭਲਿਆ ਇਹ ਰਜਾ ਨਹੀਂ, ਇਹ ਤੂੰ ਆਪਣੇ ਕੀਤੇ ਦਾ ਆਪ ਪਾਉਣਾ ਪਿਆ। ਬਹੁ ਭੇਖ ਕੀਆ ਦੇਹੀ ਦੁਖ ਦੀਆ। ਧਰਮ ਦਾ ਭੇਖ ਬਣਾ ਕੇ ਘਰੋਂ ਬਾਹਰ ਨਿਕਲ ਗਿਆ, ਜੰਗਲ ਦੇ ਵਿੱਚ ਜਾਂਦਾ ਹੈ, ਹੁਣ ਉੱਥੇ ਭੁੱਖਾ ਪਿਆ ਮਰਦਾ ਹੈ। ਕਹਿਣ ਲੱਗਾ ਇਹ ਰੱਬ ਦੀ ਦੇਣ ਹੈ। ਸਤਿਗੁਰੂ ਕਹਿਣ ਲੱਗੇ ਨਹੀਂ, ਸੌਵੇ ਜੀਆ ਆਪਣਾ ਕੀਆ। 100 ਦਾ ਅਰਥ ਮੈਂ ਕੀਤਾ ਸੀ ਸਹਾਰ। ਕਹਿੰਦੇ ਹੁਣ ਜਿਹੜੇ ਆਪਣੇ ਕਰਮ ਨੇ ਇਹਨਾਂ ਨੂੰ ਤੂੰ ਸਹਾਰਦਾ ਰਹਿ, ਤੈਨੂੰ ਕੌਣ ਆਂਦਾ ਸੀ ਇਹੋ ਜਿਹੇ ਕਰਮ ਕਰਨ ਨੂੰ। ਸੋ ਅੱਜ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਜਿਹੜਾ ਮਨੁੱਖ ਆਪਣੇ ਆਪ ਨੂੰ ਧਰਮ ਦਾ ਠੇਕੇਦਾਰ ਮੰਨਦਾ ਹੈ, ਇਸ ਪਾਵਨ ਸ਼ਲੋਕ 'ਚ ਅਸੀਂ ਵੇਖਾਂਗੇ ਕਿਹੋ ਜਿਹੇ ਕਰਮ ਨੇ। ਸਤਿਗੁਰੂ ਕਹਿਣ ਲੱਗੇ ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ। ਹੁਣ ਇਹੋ ਜਿਹੇ ਫਿਰਕੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਅੰਨ ਗ੍ਰਹਿਣ ਨਹੀਂ ਕਰਦੇ। ਤੇ ਇੱਕ ਗੱਲ ਯਾਦ ਰੱਖਿਓ
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ जी की ਅੰਮ੍ਰਿਤ ਬਾਣੀ ने ਜਿਹੜਾ ਅੰਨ ਦਾ ਸਤਿਕਾਰ ਕੀਤਾ ਹੈ। सतगुरां दी बाणी ने क्या है, तू खा ते रज के खा। खाना कादे वास्ते है, तां जो ओदी बंदगी कर सके। ये मैं पिछले दिनों च जिक्र आ चुका, ये वाल आपां बहुता नहीं जाना। कहन लगे मैं खावां, पर खावां तां जो ओदी बंदगी कीती जावे। सतगुरु इत्थे कहन लगे, कहिंदे मनुख ने अन्न खाना छड्ड दिता, ते जिहड़े लोग कहिंदे ने असीं अन्न नहीं खांदे, वो उन्हां समयां 'च फिर जंगलों के विच रहना, उन्होंने जाके पहाड़ों के विच रहना, संसार तो दूर निर्लेप अपने आप को रहने की कोशिश करनी, तो उत्थे किसी ने कंद मूल खा लेना, फल फुल खा के पत्ते खा के गुजारे कर लेने, जां जिहड़ियां ने आ गाजरां मूलियां जिन्हों असी सलाद अज कहने असी ये खांदे पे। अज ये साडा जिहड़ा चीज़ खानी मजबूरी बन गई है, क्योंकि असी इन्ना क ज़्यादा गलत खाना खा लिया। डॉक्टर कहता हुण तू तली चीज़ खाएगा, मैदा खाएगा, तेरे लिए मौत है, सलाद खा। पर ये चलो अज साडी मजबूरी है। उन्हां समयां दे विच मैं कल सोचदा सा, जिहड़ा बंदा खांदा ही केवल ते केवल घाह फूस है, केवल ते केवल गंदलां खा लियां, सलाद खा लिया, अन्न नहीं ग्रहण कीता, ते एक रब अगे अरदास करे, पातशाह अगला जन्म मैनूं डंगरां दा दे दी, जरूर मैं बंदियां दी जूने पैना है। ये चीज़ नूं मैं अज क्लीयर करना चाहुंदा कि सानू मानस दे ही दित्ती है, जे मनुखा दे ही दित्ती है ना, तो सतगुरु कहिंदे जे भलिया तू अन्न जिहड़ा पैदा कीता ते इहनूं पका के खा, खाना किन्ने है। हिसाब लाओ तुसीं, जे डंगरां नूं मੱਝਾਂ रखियां ना घरे गावां, उन्हां नूं ज़्यादा वंड पा दईए ना, वाहुण लग पैंदे ने, वो ज़्यादा कणक पा दिओ पचदी नहीं उन्हां नूं। ये साडे वास्ते है कणक, पर तू भलिया अन्न छड्ड के ते जिहड़ा घाह फूस खांदा पिया, तेरा तो फिर हिसाब किताब तैनूं किले दे नाल बन्ध देना चाहिए है। तू जाके उत्थे डंगरां दे नाल पट्ठे खा के ते विहला हो के आ जा। सतगुरु कहण लगे अन्न ना खाया, कहिंदे इन्ने अन्न तज दिता। ये दो तरह के फिरके ने। एक वो लोग ने जिन्हां ने धर्म ही बना लिया कि असीं जिहड़ा वो अन्न ग्रहण नहीं करते। एक ये समाज साडे दे विच जिहड़ा वर्त दे रूप दे विच बीबियां दे कोल आ गया, ਜਿਹੜੀਆਂ ਕਹਿੰਦੀਆਂ ਨੇ ਅਸੀਂ अन्न नहीं ग्रहण करदियां ਤਾਂ जो परमात्मा ਨੂੰ खुश किया जाए। ਹੁਣ एक गल भगत कबीर साहब का बचन है, कहन लगे भलिया जे तू अन्न छड्ड के रब ਨੂੰ खुश करन ते तुरिया है ना, अन्न छड्डण दे नाल रब कदी खुश नहीं हुंदा। तो मैं एक बड़ी वारी उदाहरण देना ना, किहड़ी माँ किहड़ा बाप चाहुंदा कि मेरा पुੱਤ भुखा रहे तो मैं उहदी गल मन्ना। बच्चा जिद करके रोटी छड्ड दे ना, तो माँ तरले लैंदी है मगर मगर मेरा पुੱਤ रोटी खा ला, तेरी गल मन लैने आ, तो तू रब नूं मनाउण भुखे रह के तुरिया, ये किधर दा धर्म है। सतगुरु कहन लगे, वो भगत कबीर साहब का बचन है, कहन लगे एक गल याद रखी, जिहड़ी इस्तरी अन्न तज के ये गल चाहुंदी है कि मैं वर्त रख के परमात्मा नूं खुश कर लांगी, कहन लगे तू रब नूं ते बाद खुश करी, पहला मैनूं ये दस दे तू सुहागना दे विच, मैनूं माफ़ करना अगे शब्द है रंड, तू दस दे तू रंडियां दे विच। ये मेरे बचन ने, ये सतगुरां दे बचन ने। कह लगे छोड़ै अन्न करै पखंड। हुण पखंड बड़े ने बीबियां, ते मैं कल ही कहा सी, मैनूं माफ़ करियो, वर्त करवा चौथ दा रख लेना, सवेरे सूरज चढ़न तो पहलां ऐ तुन के जिहड़ा सी खा पी लेना, सारी दिहाड़ी बंदे नूं उदां भुख नहीं लगदी। फिर रात सारी दिहाड़ी चाहिदा ते बंदगी करनी सी ना, स्कीमां की लगदियां ने, जिहड़ा सूट सारी उम्र नहीं लिया के दिता, सारा सियाल नहीं घर वाले ने लिया के दिता, वो सूट मंगाउणा है ऐतकी। सुरत कित्थे टिकी हुई है। कहन लगे छोड़ै अन्न करै पखंड। मैनूं माफ़ करन, बड़े चलित्र हुंदे ने जी, बड़े बड़े इहो जिहे ढोंग कीते जांदे ने भी बस जिहड़ी साल दी कसर है ला दिओ पति दी छिल फड़ के। कहन लगे छोड़ै अन्न करै पखंड, ना वो सुहागन ना वो रंड, ना वो रंडी है ते ना ही वो सुहागन है। मैं पिछले समय च भी वर्त ते भी एक गल कही सी, जे पति दी उम्र तुहाडे वर्त रखण दे नाल लंबी हुंदी है ते कदी भी किसी जिहड़ी है सुहागन दे सिर दे उत्ते चिट्टी चुन्नी ना आउंदी, उहदा पति चढ़ाई ना करदा। चलो एक गल मान लो कि पत्नी ने उम्र पति की लम्मी वास्ते वर्त रख लिया, पत्नी नूं पति की लोड़ है, क्योंकि साडा ये मर्द प्रधान समाज है, तो पति नूं पत्नी की लोड़ नहीं। तुसीं मैनूं एक इहो जिहा वर्त दस दिओ, एक इहो जी रीति रिवाज दस दिओ जिहड़ा बंदा अपनी जनानी वास्ते करदा होवे। जे संधूर पावे तो जनानी सुहाग की निशानी है, चूड़ा पावे तो जनानी सुहाग की निशानी है, वर्त रखे तो औरत ये सुहाग की निशानी है, मंगल सूत्र पावे तो औरत ये सुहाग की निशानी है, तो बंदा नहीं विआया उहदी किहड़ी निशानी है।
ਇਹ ਕੇਵਲ ਤੇ ਕੇਵਲ ਇਹ ਸਮਾਜਿਕ ਚਲੋ ਠੀਕ ਹੈ ਸਾਡੀਆਂ ਕੁਝ ਰੀਤੀ ਰਿਵਾਜ ਨੇ, ਪਰ ਇੱਕ ਗੱਲ ਯਾਦ ਰੱਖਿਓ, ਜਿਹੜੇ ਲੋਕ ਵਰਤ ਰੱਖ ਕੇ ਇਹ ਬੀਬੀਆਂ ਕਹਿੰਦੀਆਂ ਨੇ ਘਰ ਵਾਲੇ ਦੀ ਉਮਰ ਲੰਮੀ ਹੋਣੀ ਆ, ਮੈਨੂੰ ਮਾफ़ ਕਰਨਾ, ਇਹ ਇਦਾਂ ਉਮਰਾਂ ਨਹੀਂ ਕਦੀ ਵੱਧਦੀਆਂ ਹੁੰਦੀਆਂ। ਉੱਥੇ ਭਗਤ ਜੀ ਦਾ ਮੈਂ ਬਚਨ ਸਾਂਝਾ ਕਰ ਦੇਵਾਂ, ਕਹਿ ਲਗੇ ਛੋੜੈ ਅੰਨ ਕਰੈ ਪਾਖੰਡ, ਨਾ ਉਹ ਸੁਹਾਗਨ ਨਾ ਉਹ ਰੰਡ। ਅੱਗੇ ਕਹਿਣ ਲੱਗੇ ਜਿਹੜੇ ਲੋਕ ਹੁਣ ਇੱਕ ਤਾਂ ਬੀਬੀਆਂ ਦੀ ਗੱਲ ਆ ਗਈ, ਇਹ ਅੰਨ ਤੇ ਆ ਕੇ ਤੁਰੀਆਂ ਫਿਰਦੀਆਂ ਨੇ ਜੀ ਅਸੀਂ ਇਹ ਜਿਹੜਾ ਇਹ ਪਤੀ ਦੀ ਲੰਮੀ ਉਮਰ ਕਰਨੀ ਹੈ। ਦੂਸਰੇ ਜਿਹੜੇ ਇਹ ਜੋਤਾਂ ਹੁੰਦੀਆਂ ਨੇ ਉਹਦੇ ਨਾਲ ਵਰਤ ਰੱਖੇ ਜਾਂਦੇ ਨੇ। ਇਹਨਾਂ 'ਚ ਕੁੜੀਆਂ ਕੁਵਾਰੀਆਂ ਵਰਤ ਰੱਖਦੀਆਂ ਨੇ, ਕੁਵਾਰੀਆਂ ਕੁੜੀਆਂ, ਇੱਕ ਮੇਰੇ ਸਾਹਮਣੇ ਹਨੂਮਾਨ ਦਾ ਹੈ, ਇੱਕ ਸ਼ਿਵ ਜੀ ਦਾ ਹੈ। ਉਹ ਕਾਹਦੇ ਲਈ ਵਰਤ ਰੱਖੇ ਜਾਂਦੇ ਨੇ ਜੀ? ਚੰਗਾ ਵਰ ਮਿਲੇ। ਹੁਣ ਹਨੂਮਾਨ ਤੇ ਆਪ ਵਿਚਾਰਾ ਵਿਆਹਿਆ ਨਹੀਂ, ਤੁਹਾਨੂੰ ਚੰਗਾ ਵਰ ਕਿੱਥੋਂ ਦੇ ਦੇਗਾ? ਜਿਹੜਾ ਬੰਦੇ ਦੇ ਪੱਲੇ ਕੁਛ ਨਹੀਂ ਹੈਗਾ ਉਹ ਤੁਹਾਨੂੰ ਕਿੱਥੋਂ ਵਰ ਦੇ ਦੇਗਾ? ਮੈਨੂੰ ਮਾफ़ ਕਰਨਾ, ਅਸੀਂ ਕਿਹੜੇ ਪਾਸੇ ਨੂੰ ਜਾ ਰਹੇ ਹਾਂ? ਚੰਗਾ ਵਰ ਲੈਣਾ ਹੈ, ਮਾਂ ਬਾਪ ਨੂੰ ਕਹੋ, ਉਹ ਚੰਗਾ ਲੱਭ ਦੇਣਗੇ। ਪਰ ਯਾਦ ਰੱਖਿਓ, ਆ ਵਰਤ ਰੱਖਣ ਦੇ ਨਾਲ ਚੰਗੇ ਵਰ ਨਹੀਂ ਮਿਲਦੇ ਹੁੰਦੇ। ਚਲੋ ਮੈਂ ਗੱਲ ਨੂੰ ਨੇੜੇ, ਇਹ ਦੋ ਤਰ੍ਹਾਂ ਦੇ ਵਰਤ ਰੱਖੇ ਜਾਂਦੇ ਨੇ। ਹੁਣ ਤੀਸਰੇ ਲੋਕ ਉਹ ਨੇ ਜਿਹੜੇ ਧਰਮ ਦੇ ਨਾਂ 'ਤੇ ਪੁਰਖ ਜਿਹੜੇ ਨੇ ਜਾਂ ਮਰਦ ਸਮਾਜ ਸਾਡਾ ਵਰਤ ਰੱਖਦਾ, ਉਹਦੇ 'ਚ ਆ ਜਾਂਦੇ ਨੇ ਇਹ ਰੋਜ਼ੇ ਆ ਜਾਂਦੇ ਨੇ, ਮੁਸਲਮਾਨਾਂ ਦੇ, ਹਿੰਦੂਆਂ ਦੇ ਵਰਤ ਆ ਜਾਂਦੇ ਨੇ। ਇਹ ਕਹਿੰਦੇ ਜੀ, ਕੋਈ ਕਹਿੰਦਾ ਮੈਂ ਮਹੀਨਾ ਖਾਣਾ ਨਹੀਂ ਕਹਿੰਦਾ, ਕੋਈ ਕਹਿੰਦਾ ਮੈਂ 2 ਦਿਨ ਨਹੀਂ, 8 ਦਿਨ ਨਹੀਂ ਖਾਂਦਾ, 7 ਦਿਨ ਨਹੀਂ ਖਾਂਦਾ। ਉੱਥੇ ਭਗਤ ਕਬੀਰ ਸਾਹਿਬ ਜੀ ਦਾ ਅੱਗੇ ਬਚਨ ਹੈ, ਕਹਿਣ ਲੱਗੇ ਭਲਿਆ ਜਗ ਮੇ ਬਖਤੇ ਦੂਧਾ ਧਾਰੀ। ਬਖਤੇ ਦਾ ਅਰਥ ਆਖੇ ਜਾਂਦੇ ਨੇ। ਹੁਣ ਸਾਡੇ ਮਹਾਂਪੁਰਸ਼ ਨੇ ਇਹ ਜੀ ਅੰਨ ਨਹੀਂ ਛਕਦੇ, ਇਹ ਦੁੱਧ ਹੀ ਛਕਦੇ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੜੇ ਪਿਆਰੇ ਬਚਨ ਨੇ, ਕਹਿਣ ਲੱਗੇ ਭਲਿਆ ਜੇ ਦੁੱਧ ਪੀਣ ਦੇ ਨਾਲ ਬ੍ਰਹਮ ਗਿਆਨੀ ਹੋ ਜਾਂਦਾ ਤਾਂ ਜਿੰਨੇ ਬੱਚੇ ਜੰਮਦੇ ਨੇ, ਜੰਮਦੇ ਸਾਰੇ ਹੀ ਦੁੱਧ ਪੀਂਦੇ ਨੇ, ਸਾਰੇ ਕਦੇ ਦੇ ਰੱਬ ਨੂੰ ਮਿਲ ਜਾਂਦੇ। ਆਪਾਂ ਜਿੰਨੇ ਵੀ ਵੱਡੇ ਹੋਏ ਆ, ਦੰਦ ਕਿਹਦੇ ਮੂੰਹ 'ਚ ਸੀ? ਦੁੱਧ ਪੀ ਪੀ ਕੇ ਵੱਡੇ ਹੋਏ ਨਾ। ਤੇ ਜੇ ਦੁੱਧ ਪੀਣ ਦੇ ਨਾਲ ਅੰਨ ਛੱਡ ਕੇ ਦੁੱਧ ਪੀਣ ਦੇ ਨਾਲ ਰੱਬ ਮਿਲਦਾ, ਅਸੀਂ ਬਚਪਨ ਤੋਂ ਸਾਰੇ ਬ੍ਰਹਮ ਗਿਆਨੀ ਹੋ ਜਾਂਦੇ। ਸਾਰਿਆਂ ਦੇ ਅੰਦਰ ਵੀ ਬੜੇ ਵਧੀਆ ਟਿਕੇ ਸੀ। ਕਹਿਣ ਲੱਗੇ ਜਗ ਮੇ ਬਖਤੇ ਦੂਧਾ ਧਾਰੀ। ਹੁਣ ਕਰਦੇ ਕੀ ਨੇ? ਕਹਿਣ ਲੱਗੇ ਗੁਪਤੀ ਖਾਵੈ ਵਟਕਾ ਸਾਰੀ। ਵਟਕਾ ਕਹਿੰਦੇ ਨੇ ਪਿੰਨੀ ਨੂੰ, ਭਈ ਇਹ ਵੇਸਣ ਦੀ ਪਿੰਨੀ ਲਾ ਲਓ, ਘਿਓ ਦੀ ਪਿੰਨੀ ਲਾ ਲਓ। ਸਾਹਮਣੇ ਚੇਲਿਆਂ ਦੇ ਆਣ ਕੇ ਲੋਕਾਂ ਦੇ ਸਾਹਮਣੇ ਇਹ ਸੰਤ ਮਹਾਤਮਾ ਕਹਿੰਦਾ ਜੀ ਅਸੀਂ ਅੰਨ ਨਹੀਂ ਖਾਂਦੇ, ਰਾਤ ਪੈਂਦੀ ਹੈ ਤੇ ਦੇਸੀ ਘਿਓ ਦੀਆਂ 3-4 ਪਿੰਨੀਆਂ ਖਾ ਜਾਂਦਾ ਹੈ। ਜਿਹਨੂੰ 3-4 ਦੇਸੀ ਘਿਓ ਦੀਆਂ ਪਿੰਨੀਆਂ ਜੁੜ ਜਾਣ, ਉਹਨੂੰ ਅਗਲੇ ਦਿਨ ਭੁੱਖ ਕਿੱਥੋਂ ਲੱਗਣੀ ਹੈ? ਆਹ ਹਾਲ ਸੀ ਸਾਡੇ ਸਮਾਜ ਦਾ। ਜਗ ਮੈਂ ਬਖਤੇ ਦੂਧਾ ਧਾਰੀ, ਗੁਪਤੀ ਖਾਵੈ ਵਟਕਾ ਸਾਰੀ। ਅੱਗੇ ਕਹਿ ਲਗੇ ਤਜੈ ਅੰਨ ਨਾ ਮਿਲੈ ਗੋਪਾਲ। ਕਹਿ ਲਗੇ ਅੰਨੈ ਬਾਜ ਨਾ ਹੋਏ ਸੁਖਾਲ, ਤਜੈ ਅੰਨ ਨਾ ਮਿਲੈ ਗੋਪਾਲ। ਕਹਿੰਦੇ ਭਲਿਆ ਅੰਨ ਤੋਂ ਬਿਨਾ ਜੀਵਨ ਸੌਖਾ ਨਹੀਂ ਹੋ ਸਕਦਾ। ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਸਰੀਰ 'ਚ ਕਮਜ਼ੋਰੀ ਆਵੇਗੀ ਤੇ ਅੰਨ ਛੱਡਣ ਦੇ ਨਾਲ ਰੱਬ ਕਦੀ ਨਹੀਂ ਮਿਲਦਾ। ਮੈਂ ਬੇਨਤੀ ਕਰਾਂ, ਕਦੀ ਵੀ ਇਹੋ ਜਿਹੇ ਵਹਿਮ ਦੇ ਵਿੱਚ, ਭੁਲੇਖੇ ਦੇ ਵਿੱਚ ਨਹੀਂ ਪੈਣਾ ਕਿ ਰੋਟੀ ਛੱਡ ਕੇ ਤੇ ਅਸੀਂ ਜਿਹੜਾ ਉਹ ਰੱਬ ਨੂੰ ਖੁਸ਼ ਕਰ ਲਾਂਗੇ। ਇਹ ਅਸਲ 'ਚ ਤੁਰਿਆ ਕਿੱਥੋਂ ਹੈ? ਕਦੀ ਇਹਦਾ ਪਿਛੋਕੜ ਫੁੱਲਣਾ, ਤੁਹਾਨੂੰ ਇਹਨਾਂ ਚੀਜ਼ਾਂ ਦਾ ਪਿਛੋਕੜ ਨਹੀਂ ਮਿਲਦਾ। ਇਹ ਮਨੁੱਖ ਨੇ ਆਪਣੀਆਂ ਆਦਤਾਂ ਪਾਈਆਂ ਨੇ। ਛੋਟਾ ਜਿਹਾ ਬੱਚਾ ਹੁੰਦਾ ਏ, ਘਰ ਦੇ ਉਹਦੀ ਗੱਲ ਨਹੀਂ ਮੰਨਦੇ, ਬੱਚਾ ਰੋਟੀ ਛੱਡ ਦਿੰਦਾ ਏ। ਬੱਚੇ ਦੀ ਜਿੱਦ ਪੂਰੀ ਕਰਨ ਵਾਸਤੇ ਮਾਂ ਬਾਪ ਕਹਿੰਦਾ ਤੂੰ ਰੋਟੀ ਖਾ ਲਾ, ਤੇਰੀ ਜਿੱਦ ਪੂਰੀ ਕਰਦੇ ਨੇ, ਤੇਰੀ ਗੱਲ ਮੰਨ ਲੈਂਦੇ ਆ। ਹੁਣ ਮਾਂ ਬਾਪ ਨੇ ਮੰਨ ਲਈ, ਮਾਂ ਬਾਪ ਦਾ ਕੱਲਾ ਕੱਲਾ ਪੁੱਤ ਸੀ, ਉਹਨੇ ਮੰਨ ਲਈ ਵੀ ਭੁੱਖਾ ਨਿਆਣਾ ਰਹੂਗਾ। ਇਹਨੇ ਇਹੀਓ ਰੱਬ ਤੇ ਲਾਤੀ ਵੀ ਮੈਂ ਜੇ ਹੁਣ ਰੱਬ ਨੂੰ ਵੀ ਭੁੱਖੇ ਰਹਿ ਕੇ ਮਨਾ ਲਾਂ। ਤੇ ਜੇ ਰੱਬ ਭੁੱਖੇ ਰਹਿ ਕੇ ਮੰਨਦਾ ਹੁੰਦਾ, ਮਾਫ਼ ਕਰਨਾ, ਜਿਹੜੇ ਲੋਕ ਝੁੱਗੀਆਂ 'ਚ ਰਹਿੰਦੇ ਨੇ, ਜਿਹੜੇ ਲੋਕ ਗਰੀਬੀ ਦੇ ਵਿੱਚ ਰਹਿੰਦੇ ਨੇ, ਜਿਨ੍ਹਾਂ ਨੂੰ ਕਾਲ ਪੈ ਜਾਂਦਾ ਕਈ ਵਾਰੀ ਰੋਟੀ ਪਾਣੀ ਦਾ, ਉਹ ਕਦੇ ਦੇ ਬ੍ਰਹਮ ਗਿਆਨੀ ਹੋ ਜਾਂਦੇ ਸਾਰੇ, ਜੇ ਭੁੱਖ ਦੇ ਨਾਲ ਹੀ ਰੱਬ ਮਿਲਦਾ ਹੁੰਦਾ। ਜੇ ਪ੍ਰਮਾਤਮਾ ਨੇ ਤੁਹਾਨੂੰ ਪ੍ਰਸ਼ਾਦਾ ਦਿੱਤਾ ਹੈ ਨਾ, ਉਹਦਾ ਸ਼ੁਕਰ ਕਰਿਆ ਕਰੋ। ਅੰਮ੍ਰਿਤ ਬਾਣੀ ਦਾ ਬਚਨ ਹੈ, ਕਹਿਣ ਲੱਗੇ ਜਿਹ ਪ੍ਰਸਾਦ ਛਤ ਹੀ ਅੰਮ੍ਰਿਤ ਖਾਹੇ। ਜੇ ਤੈਨੂੰ 36 ਪ੍ਰਕਾਰ ਦੇ ਭੋਜਨ ਦਿੱਤੇ, ਤੜਕੇ ਲਾਲਾ ਖਾ, ਤੈਨੂੰ ਕੌਣ ਰੋਕਦਾ ਹੈ? ਪਰ ਇੱਕ ਗੱਲ ਯਾਦ ਰੱਖੀ, ਤਿਸ ਠਾਕੁਰ ਕੋ ਰਖ ਮਨ ਮਾਹੀ। ਜਦੋਂ ਤੂੰ ਕਈ ਪ੍ਰਕਾਰ ਦੇ ਭੋਜਨ ਛਕੇ ਨਾ, ਅਰਦਾਸ ਕਰਿਆ ਕਰ, ਦਾਤਾ ਇਹ ਤੇਰੀ ਕਿਰਪਾ ਦੇ ਨਾਲ ਮੈਨੂੰ ਅੱਜ ਛਕਣ ਨੂੰ ਮਿਲਿਆ। ਉਹ ਵੀ ਸਮਾਜ ਦੇ ਵਿੱਚ ਲੋਕ ਨੇ, ਉਹ ਵੀ ਜੀਵ ਨੇ ਜਿਨ੍ਹਾਂ ਨੂੰ ਖਾਣ ਵਾਸਤੇ ਨਹੀਂ ਮਿਲਦਾ। ਤੇ ਸਤਿਗੁਰੂ ਜੀ ਇੱਥੇ ਸਮਝਾ ਰਹੇ ਨੇ, ਕਹਿਣ ਲੱਗੇ ਮਨੁੱਖ ਜਿਹੜਾ ਕੀ ਕਰਦਾ, ਅੰਨ ਨਾ ਖਾਇਆ ਸਾਦ ਗਵਾਇਆ। ਸਾਦ ਦਾ ਅਰਥ ਹੈ ਜੀ ਸਵਾਦ, ਟੇਸਟ। ਮੈਂ ਅਗਲੀ ਪੰਕਤੀ ਪੜ੍ਹ ਦੇਵਾਂ, ਥੋੜ੍ਹੀ ਜਿਹੀ ਸਮਝਣੀ ਸੌਖੀ ਹੋ ਜਾਏਗੀ। ਬਹੁਤ ਦੁੱਖ ਪਾਇਆ ਦੂਜਾ ਪਾਇਆ। ਦੂਜਾ ਪਾਇਆ ਦਾ ਅਰਥ ਹੈ ਰੱਬ ਨੂੰ ਛੱਡ ਕੇ ਹੋਰ ਕਰਮ ਕਰਨ ਲੱਗ ਪਿਆ। ਹੁਣ ਇਹਨੇ ਕੀ ਕੀਤਾ? ਇਹ ਇੱਕ ਚਲੋ ਮੈਂ ਸਾਖੀ ਦੇ ਰੂਪ 'ਚ ਤੁਹਾਡੇ ਸਾਹਮਣੇ ਕਰ ਦੇਣਾ। ਇੱਕ ਮਨੁੱਖ, ਉਹਨੇ ਘਰ ਛੱਡ ਦਿੱਤਾ, ਸੰਨਿਆਸੀ ਬਣ ਗਿਆ। ਉਹ ਕਹਿੰਦਾ ਮੈਂ ਕੰਦ ਮੂਲ ਖਾ ਕੇ ਗੁਜ਼ਾਰਾ ਕਰਦਾ, ਅੰਨ ਨਹੀਂ ਖਾਂਦਾ, ਪ੍ਰਸ਼ਾਦਾ ਨਹੀਂ ਛਕਦਾ।
कदी कदी कुछ खाण ਨੂੰ मिल जाए, दुध मिल जाए पीण ਨੂੰ, ਉਹ पी ਲੈਣਾ। जिवें मैं अर्ज कर दी जग मैं बख्ते दूधा धारी। ਹੁਣ ਇਹੋ ਜਿਹੇ ਸੰਨਿਆਸੀ ਸਾਧੂ ਜਦੋਂ ਪੁੱਗ ਜਾਂਦੇ ਨੇ, ਥੋੜ੍ਹਾ ਜਿਹਾ ਸਮਾਜ ਜਾਣਨ ਲੱਗ, ਇਹ ਲੋਕਾਂ ਦੇ ਘਰਾਂ 'ਚ ਚਰਨ ਪਾਉਣ ਜਾਂਦੇ ਨੇ। ਫਿਰ ਉੱਥੇ ਕੀ ਹੁੰਦਾ ਹੈ ਕਿ ਬਾਬਾ ਜੀ ਤੇ ਦੁੱਧ ਛਕਣਗੇ, ਤੇ ਪਰ ਸਾਡੇ ਪੰਜਾਬ ਦਾ ਕੀ ਰਿਵਾਜ ਹੈ ਜੀ, ਜਿੱਦਣ ਛੁੱਟੀ ਹੋਵੇ ਉੱਦਣ ਆਲੂ ਵਾਲੇ ਪਰੌਂਠੇ ਬਣਦੇ ਹੁੰਦੇ ਆ। ਤੇ ਜਿਹੜਾ ਇਹ ਮਹਾਤਮਾ ਹੁਣ ਬੈਠਾ ਹੁੰਦਾ ਇਹਨਾਂ ਲਾਗੇ, ਮੈਂ ਕੱਲ ਸੋਚਦਾ ਸਾਂ ਕਿਹੜੀ ਕਹਾਣੀ ਫਿੱਟ ਕਰਾਂ ਇੱਥੇ। ਉਹ ਮਹਾਤਮਾ ਮਨ ਦੇ ਵਿੱਚ ਇਹ ਗੱਲ ਸੋਚਦਾ ਹੈ, ਮਨਾ ਅੱਜ ਇਹ ਸੁਵਾਣੀ ਪ੍ਰਸ਼ਾਦੇ ਲਾ ਰਹੀ ਹੈ, ਪਤੀ ਇਹਦਾ ਬੜੇ ਮਜ਼ੇ ਦੇ ਨਾਲ ਖਾ ਰਿਹਾ, ਕਿਤੇ ਤੇਰਾ ਟੱਬਰ ਹੁੰਦਾ ਤੂੰ ਵੀ ਇੱਥੇ ਬਹਿ ਕੇ ਖਾਂਦਾ ਹੁੰਦਾ ਤੇ ਸਵਾਦ ਵਾਕਈ ਬੜਾ ਆਉਣਾ ਸੀ। ਸਤਿਗੁਰੂ ਕਹਿੰਦੇ ਅੰਨ ਨਾ ਖਾਇਆ ਸਾਧ ਗਵਾਇਆ। ਸਾਧ ਦਾ ਅਰਥ ਸਵਾਦ। ਹੁਣ ਜਿਹੜੇ ਬਚਪਨ ਦੇ ਵਿੱਚ ਪਰੌਂਠੇ ਖਾਦੇ ਸੀ ਤਲ ਤਲ, ਸਵਾਦ ਥੋੜ੍ਹੀ ਮੂੰਹ 'ਚ ਚਲਾ ਗਿਆ। ਹੁਣ ਕਹਿੰਦਾ ਲੋਕਾਂ ਦੇ ਵਿੱਚ ਜਾ ਕੇ ਮੈਂ ਰੋਟੀ ਨਹੀਂ ਖਾਂਦਾ, ਪਰ ਜਿਸ ਵੇਲੇ ਕਿਸੇ ਘਰ ਦੇ ਵਿੱਚੋਂ ਸਬਜ਼ੀ ਨੂੰ ਤੜਕਾ ਲੱਗਾ, ਸਮੈਲ ਆਈ, ਉਦੋਂ ਮਰ ਜਾਂਦਾ ਹੈ ਅੰਦਰ ਨੂੰ, ਜਿਹੜਾ ਝੁਲਸਦਾ ਪਿਆ ਮਨਾ, ਕਿਤੇ 2 ਚਮਚੇ ਤੈਨੂੰ ਵੀ ਮਿਲ ਜਾਂਦੇ, ਤੇਰਾ ਕੰਮ ਸੂਤਰ ਹੋ ਜਾਂਦਾ। ਸਤਿਗੁਰੂ ਕਹਿੰਦੇ ਅੰਨ ਨਾ ਖਾਇਆ ਸਾਧ, ਕਹਿੰਦੇ ਕਾਹਦੇ ਵਾਸਤੇ ਸਵਾਦ ਗਵਾਇਆ। ਮੈਂ ਫਿਰ ਬੇਨਤੀ ਕਰਾਂ, ਕੁਝ ਸਾਡਾ ਸਮਾਜ ਫਿਰਕਾ ਇਹ ਕਹਿੰਦਾ ਜੀ ਜੜ ਵਾਲੀ ਚੀਜ਼ ਨਹੀਂ ਖਾਣੀ, ਮੂਲੀ ਛੱਡ ਦਿੱਤੀ, ਗਾਜਰ ਛੱਡ ਦਿੱਤੀ, ਆ ਪਿਆਜ਼ ਛੱਡ ਦਿੱਤਾ, ਲਸਣ ਛੱਡ ਦਿੱਤਾ। ਜਿਹੜੇ ਮੈਨੂੰ ਮਾफ़ ਕਰਨਾ, ਜਿਹੜੇ ਮਾਤਾ ਨੂੰ ਮੰਨਦੇ ਨੇ ਲਸਣ ਨਹੀਂ ਖਾਂਦੇ, ਖਾਂਦੇ ਕੀ ਨੇ? ਬੱਕਰਾ ਖਾ ਜਾਣਗੇ, ਕੁੱਕੜ ਖਾ ਜਾਣਗੇ। ਜਿਹੜੀ ਚੀਜ਼ ਛੱਡਣੀ ਸੀ ਉਹ ਤੁਸੀਂ ਖਾਈ ਜਾਂਦੇ ਜੇ, ਜਿਹੜੀ ਖਾਣੀ ਸੀ ਉਹਨੂੰ ਤੁਸੀਂ ਛੱਡੀ ਫਿਰਦੇ ਜੇ। ਇੱਕ ਗੱਲ ਯਾਦ ਰੱਖਿਓ, ਗੁਰੂ ਸਾਹਿਬ ਨੇ ਜਾਂ ਅੰਮ੍ਰਿਤ ਬਾਣੀ ਨੇ ਕਿਸੇ ਵੀ ਚੀਜ਼ ਨੂੰ ਖਾਣ ਤੋਂ ਮਨਾਹੀ ਨਹੀਂ ਕੀਤੀ ਹੋਈ। ਜਿਹੜੀ ਚੀਜ਼ ਮੈਂ ਆਪਣੇ ਵਾਸਤੇ ਬੀਜੀ, ਹੁਣ ਪੱਠਿਆਂ ਦੇ ਵਿੱਚ ਮੂਲੀਆਂ ਬੜੀਆਂ ਹੁੰਦੀਆਂ ਨੇ, ਅਸੀਂ ਗੋਂਗਲੂ ਪਿੰਡਾਂ ਦੇ ਵਿੱਚ ਬੜੇ ਨੇ, ਗਾਜਰਾਂ ਬੜੀਆਂ ਬੀਜੀਆਂ ਜਾਂਦੀਆਂ ਨੇ, ਜਿੰਨੀਆਂ ਖਾਧੀਆਂ ਜਾਂਦੀਆਂ ਖਾ ਲਈਦੀਆਂ, ਬਾਕੀ ਡੰਗਰਾਂ ਨੂੰ ਪਾ ਦਿੱਤੀਆਂ ਜਾਂਦੀਆਂ ਨੇ। ਕੋਈ ਬਹੁਤੀ ਵੱਡੀ ਗੱਲ ਨਹੀਂ, ਤੁਸੀਂ ਕੱਚੇ ਖਾਓ ਪੱਕੇ ਖਾਓ। ਸਤਿਗੁਰ ਕਹਿੰਦੇ ਜੇ ਖਾਣਾ ਹੈ ਪ੍ਰਸ਼ਾਦਾ ਤੇ ਵਧੀਆ ਸਵਾਦ ਦੇ ਨਾਲ ਤੜਕਾ ਲਾ ਕੇ ਖਾਇਆ ਕਰ, ਤੈਨੂੰ ਮੈਂ ਰੋਕਦਾ ਨਹੀਂ, ਪਰ ਇੱਕੋ ਗੱਲ ਚੇਤਾ ਰੱਖੀ, ਤੂੰ ਹਰ ਕਾ ਨਾਮ ਮਨ ਵਸਾਏ, ਤੂੰ ਪ੍ਰਮਾਤਮਾ ਦਾ ਨਾਮ ਚੇਤੇ ਦੇ ਵਿੱਚ ਰੱਖੀ। ਅੰਨ ਨਾ ਖਾਇਆ, ਇੱਥੇ ਸਤਿਗੁਰੂ ਕਹਿਣ ਲੱਗੇ ਮਨੁੱਖ ਨੇ ਰੋਟੀ ਖਾਣੀ ਛੱਡ ਦਿੱਤੀ, ਸਾਧ ਗਵਾਇਆ, ਆਪਣੇ ਜ਼ੁਬਾਨ ਦਾ ਵੀ ਸਵਾਦ ਗਵਾਉਂਦਾ ਰਹਿ ਗਿਆ। ਕਿਤੇ ਤੜਕਾ ਲੱਗਦਾ, ਕਿਤੇ ਸਮੈਲ ਆਉਂਦੀ ਹੈ ਤੇ ਸਵਾਦ ਚੇਤੇ ਆਉਂਦੇ ਨੇ। ਬਹੁਤ ਦੁੱਖ ਪਾਇਆ। ਹੁਣ ਰੋਟੀ ਛੱਡ ਦਿੱਤੀ, ਰੋਟੀ 'ਚੋਂ ਤਾਕਤ ਮਿਲਣੀ ਸੀ, ਸਰੀਰ ਕਮਜ਼ੋਰ ਹੋ ਗਿਆ। ਤੁਸੀਂ ਰੋਟੀ ਛੱਡ ਕੇ ਵੇਖ ਲਓ, ਸਰੀਰ ਕਮਜ਼ੋਰ ਹੋ ਜਾਏਗਾ। ਸਤਿਗੁਰੂ ਕਹਿੰਦੇ ਹੁਣ ਸਰੀਰ ਕਮਜ਼ੋਰ ਹੋ ਗਿਆ ਤੇ ਬੜਾ ਜਿਹੜਾ ਹੈ ਦੁੱਖ ਪਿਆ ਪਾਉਂਦਾ, ਨਾ ਚੱਜ ਨਾਲ ਤੁਰਿਆ ਜਾਂਦਾ ਹੈ, ਨਾ ਕੋਈ ਗੱਲਬਾਤ ਹੁੰਦੀ ਹੈ, ਨਾ ਹੀ ਇਹਦੇ ਕੋਲ ਭਗਤੀ ਭਜਨ ਬੰਦਗੀ ਹੁੰਦੀ ਹੈ। ਬਹੁਤ ਦੁੱਖ ਪਾਇਆ। ਦੂਜਾ ਪਾਇਆ, ਕਿਉਂ ਦੁੱਖ ਪਾਇਆ ਗਿਆ? ਕਿਉਂਕਿ ਪ੍ਰਮਾਤਮਾ ਦਾ ਸਿਮਰਨ ਛੱਡ ਕੇ ਆ ਨਿੱਕੜ ਸੁੱਕੜ ਦੇ ਨਾਲ ਪਿਆਰ ਪਾ ਕੇ ਬੈਠ ਗਿਆ ਸੀ। ਭਲਿਆ ਤੂੰ ਪਰਿਵਾਰ 'ਚ ਰਹਿੰਦਾ, ਪਰਿਵਾਰ 'ਚ ਰਹਿ ਕੇ ਪ੍ਰਮਾਤਮਾ ਦਾ ਨਾਮ ਜਪਦਾ। ਦੇਖੋ ਗੁਰੂ ਸਾਹਿਬ ਨੇ ਬਹੁਤ ਸੋਹਣਾ ਸਾਨੂੰ ਸਿਧਾਂਤ ਦਿੱਤਾ ਹੈ। ਮੈਂ ਕੱਲ ਵੀ ਇਹ ਜ਼ਿਕਰ ਕੀਤਾ ਸੀ, ਤੂੰ ਆਪਣੇ ਘਰ ਦੇ ਵਿੱਚ ਰਹਿ, ਪਰਮਾਤਮਾ ਨੇ ਤੈਨੂੰ ਕੋਠੀ ਦਿੱਤੀ ਹੈ ਨਾ, ਕੋਠੀ ਦੇ ਵਿੱਚ ਪੈ ਸਾਰੀ ਉਮਰ ਲਾਤੀ, ਪੈਸਾ ਕਮਾਉਣ ਲੱਗਿਆ, ਪੈਸਾ ਕਮਾ ਕੇ ਕੋਠੀ ਬਣਾਈ ਤੇ ਤੂੰ ਸੰਨਿਆਸੀ ਬਣ ਕੇ ਆਖੇ ਮੈਂ ਸਾਰਾ ਕੁਝ ਤਿਆਗ ਦਿੱਤਾ। ਸਤਿਗੁਰੂ ਕਹਿੰਦੇ ਤਿਆਗਣ ਦੀ ਲੋੜ ਨਹੀਂ। ਜੇ ਰੱਬ ਦੀ ਕਿਰਪਾ ਦੇ ਨਾਲ ਕੋਠੀ ਬਣਾਈ ਹੈ, ਚਲੋ ਜਿਹੜਾ ਬੰਦਾ ਹੱਕ ਦੀ ਕਮਾਈ ਕਰਦਾ ਹੈ ਨਾ, ਜਿੱਦਣ ਨਹੀਂ ਰੱਖਦਾ ਉਦਣ ਵੀ ਅਰਦਾਸ ਕੀਤੀ ਜਾਂਦੀ ਹੈ, ਰੱਬਾ ਇਹ ਮਹਿਲ ਤਿਆਰ ਹੋਣ ਲੱਗਾ ਹੈ। ਜਿੱਦਣ ਕੋਠੀ ਬਣ ਜਾਂਦੀ ਹੈ ਉਦਣ ਵੀ ਸਤਿਗੁਰਾਂ ਦੇ ਸੰਗਤ ਦੇ ਚਰਨ ਪਵਾਏ ਜਾਂਦੇ ਨੇ, ਪਾਤਸ਼ਾਹ ਮਿਹਰ ਕਰੇ। ਹੁਣ ਤੂੰ ਕੋਠੀ ਬਣਾ ਕੇ ਘਰ ਛੱਡ ਦੇਵੇਂ ਤੇ ਚੇਤਾ ਤੇ ਉਹੀ ਆਉਂਦਾ ਰਹਿਣਾ ਕਿ ਕੋਠੀ ਤੇ ਮੇਰੀ ਵੀ ਬੜੀ ਵਧੀਆ ਹੁੰਦੀ ਸੀ। ਸਤਿਗੁਰੂ ਕਹਿਣ ਲੱਗੇ ਭਲਿਆ ਤੂੰ ਸਾਧ ਨਾ ਗਵਾ, ਕੋਠੀ ਦੇ ਵਿੱਚ ਰਹਿ, ਤੈਨੂੰ ਰੱਬ ਨੇ ਧੀ ਦਿੱਤੀ ਹੈ, ਪੁੱਤ ਦਿੱਤਾ, ਉਹਨੂੰ ਗੋਦ ਦੇ ਵਿੱਚ ਪਾ, ਕੋਲ ਬਿਠਾ, ਪਰ ਕੋਲ ਬਿਠਾ ਕੇ ਇੱਕ ਗੱਲ ਕਰੀ ਕਿ ਜਿਹੇ ਪ੍ਰਸਾਦ ਬਸੈ ਸੁਖ ਮੰਦਰ, ਜਿਸ ਦੀ ਕਿਰਪਾ ਦੇ ਨਾਲ, ਮੰਦਰ ਦਾ ਅਰਥ ਹੈ ਘਰ, ਕੋਠੀ ਦੇ ਵਿੱਚ ਤੂੰ ਬੈਠਾ ਪਿਆ ਹੈ ਤੇ ਸਹਿ ਧਿਆਏ ਸਦਾ ਮਨ ਅੰਦਰ, ਉਹਨੂੰ ਪਰਮਾਤਮਾ ਨੂੰ ਮਨ ਅੰਦਰ ਜਪਦਾ ਰਵੀ, ਤੈਨੂੰ ਘਰ ਛੱਡਣ ਦੀ ਲੋੜ ਨਹੀਂ, ਅੰਦਰੇ ਹੀ ਯੋਗ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਜੂ। ਮਨੁੱਖ ਦਾ ਸੁਭਾਅ, ਇੱਕ ਮੈਂ ਕਬੀਰ ਸਾਹਿਬ ਜੀ ਦਾ ਬਚਨ ਸਾਂਝਾ ਕਰ ਦੇਣਾ। ਕਹਿਣ ਲੱਗੇ ਕਬੀਰ ਸਿੱਖ ਸਖਾ ਬਹੁਤੇ ਕੀਏ ਕੇਸ਼ੋ ਕੀਓ ਨਾ ਮੀਤ, ਚੱਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ। ਘਰ ਸੀ, ਪਰਿਵਾਰ ਬਣਿਆ, ਘਰ-ਬਾਰ ਬਣਿਆ, ਇਹਨੇ ਲੋਕਾਂ ਦੇ ਮਗਰ ਲੱਗ ਕੇ ਸੰਨਿਆਸੀ ਬਣ ਗਿਆ, ਘਰ ਛੱਡ ਦਿੱਤਾ, ਘਰ ਛੱਡ ਦਿੱਤਾ। ਸੁਣਿਓ ਇਸ ਬੇਨਤੀ ਨੂੰ, ਘਰ ਛੱਡ ਦਿੱਤਾ। ਘਰ ਛੱਡ ਕੇ ਕਹਿੰਦਾ ਮੈਨੂੰ ਬੱਚਿਆਂ ਦਾ ਮੋਹ ਬੰਦਗੀ ਨਹੀਂ ਕਰਨ ਦਿੰਦਾ, ਪਰਿਵਾਰ ਦਾ ਮੋਹ ਬੰਦਗੀ ਨਹੀਂ ਕਰਨ ਦਿੰਦਾ। ਹੁਣ ਛੱਡਣਾ ਤੇ ਮੋਹ ਸੀ, ਨਿੱਕੇ ਨਿੱਕੇ ਛੋਟੇ ਛੋਟੇ ਬੱਚਿਆਂ ਨੂੰ ਰੋਂਦਾ ਘਰੇ ਛੱਡ ਕੇ ਆ ਗਿਆ, ਪਤਾ ਨਹੀਂ ਕਿਹਦੇ ਆਸਰੇ ਵਿਚਾਰੇ ਪਲਨੇ ਨੇ, ਕਿਹਦੇ ਆਸਰੇ ਨਹੀਂ ਪਲਨੇ। ਘਰੋਂ ਬੱਚੇ ਛੱਡੇ, ਜੰਗਲ ਦੇ ਵਿੱਚ ਗਿਆ,
ਤੇ ਨਿੱਕੇ ਨਿੱਕੇ ਚੇਲੇ ਬਣਾ ਕੇ ਬੈਠ ਗਿਆ। ਹੁਣ ਅੱਗੇ ਧੀਆਂ ਪੁੱਤਰਾਂ ਦੇ ਵਿੱਚੋਂ ਰਸ ਲੈਂਦਾ ਸੀ, ਉਹੀਓ ਪਿਆਰ ਹੁਣ ਧੀਆਂ ਪੁੱਤਰਾਂ ਵਾਲਾ ਚੇਲਿਆਂ ਦੇ ਨਾਲ ਪੈ ਗਿਆ। ਮੋਹ ਤੇ ਫਿਰ ਉੱਥੇ ਦਾ ਉੱਥੇ ਆ ਗਿਆ। ਅੱਗੇ ਘਰ 'ਚ ਧੀ ਸੀ, ਘਰ ਦੇ ਵਿੱਚ ਪੁੱਤਰ ਸੀ, ਬੜਾ ਲਾਡ ਕਰਦਾ ਸੀ, ਬੜਾ ਪਿਆਰ ਕਰਦਾ ਸੀ। ਧੀਆਂ ਪੁੱਤਰਾਂ ਨੂੰ ਰੋਂਦਾ ਛੱਡ ਕੇ ਮਗਰ ਚੇਲਿਆਂ ਦੇ ਨਾਲ ਪਿਆਰ ਪਾ ਕੇ ਬਹਿ ਗਿਆ। ਜਿਉਂ-ਜਿਉਂ ਚੇਲਾ ਜਵਾਨ ਹੁੰਦਾ ਤਿਉਂ-ਤਿਉਂ ਕਹਿੰਦਾ ਪੁੱਤ ਤੇ ਮੇਰਾ ਵੀ ਜਵਾਨ ਹੋ ਗਿਆ ਹੋਣਾ ਹੈ। ਕਬੀਰ ਸਾਹਿਬ ਕਹਿਣ ਲੱਗੇ ਇਹ ਕਿਹੋ ਜਿਹੇ ਕਰਮ ਕਰਨ ਕੇ ਬਹਿ ਗਿਆ। ਕਬੀਰ ਸਿੱਖ ਸਕਾ ਬਹੁਤੇ ਕੀਏ, ਘਰ ਛੱਡ ਦਿੱਤਾ। ਘਰ 'ਚ 2-3 ਨਿਆਣੇ ਸਨ, ਕਹਿੰਦਾ ਬੰਦਗੀ ਨਹੀਂ ਕਰਨ ਦਿੱਤੇ, ਨਿਆਣੇ ਛੱਡ ਦਿੱਤੇ। ਚੇਲੇ ਆਣ ਕੇ ਜਿਹੜੇ ਸੀ, ਜੇ ਜੰਗਲ 'ਚ ਗਿਆ ਉੱਥੇ ਚੇਲੇ ਬਣਾ ਲਏ। ਗੱਲ ਤੇ ਪਿਆ, ਬੱਚੇ ਕਿਹਨੂੰ ਮਾੜੇ ਲੱਗਦੇ ਨੇ ਜੀ? ਬੱਚੇ ਸਾਰਿਆਂ ਨੂੰ ਚੰਗੇ ਲੱਗਦੇ ਨੇ, ਪਿਆਰੇ ਹੁੰਦੇ ਨੇ ਬੱਚੇ। ਤੂੰ ਘਰ 'ਚ ਬੱਚੇ ਨੂੰ ਗੋਦ 'ਚ ਪਾ ਕੇ ਗੁਰੂ ਗੁਰੂ ਜਪਦਾ। ਭਗਤ ਜੀ ਕਹਿਣ ਲੱਗੇ ਕਬੀਰ ਸਿੱਖ ਸਖਾ ਬਹੁਤੇ ਕੀ, ਬੜੇ ਚੇਲੇ ਬਣਾ ਲਏ। ਉੱਥੇ 2 ਨਿਆਣੇ ਸੀ, ਇੱਥੇ ਆਣ ਕੇ 10 ਚੇਲੇ ਬਣਾ ਲਏ। 10 ਨਿਆਣੇ ਚੇਲਿਆਂ ਦੇ ਵਿੱਚੋਂ ਆਪਣੇ ਪੁੱਤਰਾਂ ਦੀ ਝਲਕ, ਧੀਆਂ ਦੀ ਝਲਕ ਵੇਖਦਾ, ਮੇਰਾ ਪੁੱਤ ਵੀ ਇਹਦੇ ਵਾਂਗੂ ਖੇਡਦਾ ਹੋਵੇਗਾ। ਕਬੀਰ ਸਿੱਖ ਸਖਾ ਬਹੁਤੇ ਕੀਏ, ਕੇਸ਼ੋ ਕੀਓ ਨਾ ਮੀਤ। ਮਿੱਤਰ ਤੇ ਕੇਸ਼ਵ ਦਾ ਅਰਥ ਪਰਮਾਤਮਾ ਨੂੰ ਬਣਾਉਣਾ ਸੀ। ਨਾ ਘਰ 'ਚ ਰਹਿ ਕੇ ਪਰਮਾਤਮਾ ਦੇ ਨਾਲ ਸੁਰਤ ਜੁੜੀ, ਤੇ ਨਾ ਜੰਗਲ ਦੇ ਵਿੱਚ ਰਹਿ ਕੇ ਪਰਮਾਤਮਾ ਨਾਲ ਸੁਰਤ ਜੁੜੀ। ਚਲੇ ਥੇ ਹਰ ਮਿਲਨ ਕੋ, ਘਰੋਂ ਤੁਰਿਆ ਸੀ ਬੰਦਗੀ ਕਰੂੰਗਾ, ਬੀਚੇ ਅਟਕੇ ਉਹ ਚਿੱਤ ਫਿਰ ਮੋਹ ਦੇ ਵਿੱਚ ਹੀ ਫਸ ਕੇ ਰਹਿ ਗਿਆ। ਇਸ ਕਰਕੇ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਤੂੰ ਘਰ ਨਾ ਛੱਡ, ਪਰਿਵਾਰ ਨਾ ਛੱਡ, ਪਰਿਵਾਰ ਦੇ ਵਿੱਚ ਰਹਿ ਕੇ ਹੀ ਪਰਮਾਤਮਾ ਦਾ ਨਾਮ ਜਪ। ਇੱਥੇ ਸਤਿਗੁਰੂ ਕਹਿਣ ਲੱਗੇ ਬਹੁਤ ਦੁੱਖ ਪਾਇਆ ਦੂਜਾ ਪਾਇਆ। ਬੜਾ ਦੁੱਖ ਪਾਉਂਦਾ ਪਿਆ, ਕਦੀ ਰੋਟੀ ਛੱਡ ਦਿੱਤੀ, ਕਦੀ ਘਰ ਛੱਡ ਦਿੱਤਾ, ਕਦੀ ਪਰਿਵਾਰ ਛੱਡ ਦਿੱਤਾ। ਹੁਣ ਲੋਕਾਂ ਦਾ ਪਰਿਵਾਰ ਵੇਖਦਾ ਏ ਤੇ ਮਨ ਦੇ ਵਿੱਚ ਉਹੀਓ ਫੁਰਨੇ ਚੱਲਦੇ, ਮਨਾ ਪਰਿਵਾਰ ਤੇ ਤੇਰਾ ਵੀ ਸੀ, ਮੈਨੂੰ ਮਾफ़ ਕਰਿਓ। ਕਦੀ ਪਰਿਵਾਰ ਛੱਡਣ ਦੇ ਨਾਲ, ਜੰਗਲ ਦੇ ਵਿੱਚ ਜਾਣ ਦੇ ਨਾਲ ਅੰਦਰ ਦੇ ਫੁਰਨੇ ਨਹੀਂ ਜੇ ਮਰਦੇ। ਫੁਰਨੇ ਜਿਹੜੇ ਨੇ ਉਹ ਗੁਰੂ ਦੇ ਸ਼ਬਦ ਦੇ ਨਾਲ ਮਰਨੇ ਨੇ। ਜੇ ਗੁਰੂ ਦਾ ਸ਼ਬਦ ਤੇਰੇ ਹਿਰਦੇ 'ਚ, ਘਰ 'ਚ ਬੈਠਿਆ ਏ ਤੇ ਤੂੰ ਉੱਥੇ ਵੀ ਗ੍ਰਸਤ ਦੇ ਵਿੱਚ ਰਹਿੰਦਾ ਹੋਇਆ ਨਿਰਲੇਪ ਹੋ ਜਾਏਗਾ। ਜੇ ਗੁਰੂ ਦਾ ਸ਼ਬਦ ਅੰਦਰ ਨਹੀਂ ਟਿਕਿਆ ਤੇ ਜਿੱਥੇ ਮਰਜੀ ਜਾ ਕੇ ਟੋਆ ਪੁੱਟ ਕੇ ਵਿੱਚ ਬੈਠ ਜਾ, ਤੇਰਾ ਅੰਦਰ ਫੁਰਨਿਆਂ ਨੇ ਉੱਥੇ ਵੀ ਨਹੀਂ ਟਿਕਣ ਦੇਣਾ। ਸਤਿਗੁਰੂ ਕਹਿ ਲਗੇ ਬਹੁਤ ਦੁੱਖ ਪਾਇਆ ਦੂਜਾ ਪਾਇਆ। ਅੱਗੇ ਸ਼ਬਦ ਹੈ ਜੀ ਬਸਤਰ ਨਾ ਪਹਿਰੇ ਅਹਨਿਸ ਕਹਿਰੈ। ਕਹਿਰੇ ਦਾ ਅਰਥ ਹੈ ਬੜਾ ਕਹਿਰ ਕਮਾਉਂਦਾ ਪਿਆ ਹੈ। ਕਹਿੰਦੇ ਇਹਨੇ ਤਨ ਦੇ ਉੱਤੇ ਬਸਤਰ ਪਾਉਣੇ ਜਿਹੜੇ ਨੇ ਉਹ ਛੱਡ ਦਿੱਤੇ। ਕੁਝ ਫਿਰਕਾ ਸਾਡੇ ਇਹੋ ਜਿਹਾ ਵੀ ਹੈਗਾ ਜਿਹੜਾ ਨਗਨ ਰਹਿੰਦਾ ਹੈ। ਅੱਜ ਕੱਲ੍ਹ ਕਈ ਥਾਵਾਂ 'ਤੇ ਟੀਵੀਆਂ 'ਤੇ ਵੀ ਤੁਸੀਂ ਵੇਖੋਗੇ, ਉਹ ਨਾਗੇ ਸਾਧੂ ਕਿਹਾ ਜਾਂਦਾ ਹੈ ਉਹਨਾਂ ਨੂੰ। ਮੋਰ ਦਾ ਖੰਭ ਜੇ ਅੱਗੇ ਲਾ ਕੇ ਤੁਰੇ ਫਿਰਦੇ ਨੇ, ਉਹ ਤਨ ਦੇ ਉੱਤੇ ਬਸਤਰ ਨਹੀਂ ਪਾਉਂਦੇ। ਤੇ ਭਗਤ ਕਬੀਰ ਸਾਹਿਬ ਪਤਾ ਕੀ ਕਹਿੰਦੇ? ਕਹਿਣ ਲੱਗੇ ਨਗਨ ਫਿਰਤ ਜੋ ਪਾਈਐ ਜੋਗ। ਜੋਗ ਦਾ ਅਰਥ ਹੈ ਮਿਲਾਪ। ਕਹਿੰਦੇ ਜੇ ਨੰਗੇ ਰਹਿਣ ਦੇ ਨਾਲ ਰੱਬ ਮਿਲ ਜਾਂਦਾ ਹੁੰਦਾ ਨਾ, ਬਨ ਕਾ ਮਿਰਗ ਮੁਕਤ ਸਭ ਹੋਗ। ਕਹਿੰਦੇ ਜਿਹੜੇ ਜੰਗਲਾਂ ਦੇ ਵਿੱਚ ਮਿਰਗ ਰਹਿੰਦੇ ਨੇ, ਇਹਨਾਂ ਨੂੰ ਕੌਣ ਪੈਂਟਾਂ ਸਵਾਂ ਪਾਉਂਦਾ, ਕਦੇ ਦੇ ਮੁਕਤ ਹੋ ਜਾਂਦੇ। ਮੈਂ ਫੇਰ ਬੇਨਤੀ ਕਰਾਂ, ਕੋਈ ਸਮਾਜ ਨੂੰ ਕੱਪੜੇ ਪਾ ਕੇ ਆਪਣੇ ਵੱਲ ਖਿੱਚ ਰਿਹਾ ਤੇ ਕੋਈ ਕੱਪੜੇ ਲਾ ਕੇ ਆਪਣੇ ਵੱਲ ਖਿੱਚ ਰਿਹਾ। ਇੱਕ ਕਹਿੰਦਾ ਆਹ ਧਰਮ ਦਾ ਭੇਖ ਹੈ, ਧਰਮ ਦਾ ਭੇਖ ਤਨ ਤੇ ਪਾਇਆ ਤੇ ਲੋਕ ਇਹਨੂੰ ਸਾਧੂ ਮੰਨਦੇ ਨੇ। ਇੱਕ ਨੇ ਸਾਰੇ ਕੱਪੜੇ ਲਾ ਕੇ ਨੰਗਾ ਤੁਰਿਆ ਫਿਰਦਾ, ਕਹਿੰਦਾ ਇਹ ਵੀ ਧਰਮ ਦਾ, ਮੈਂ ਵੀ ਇੱਕ ਧਰਮ ਦਾ ਪੈਰੋਕਾਰ, ਲੋਕ ਇਹਨੂੰ ਵੀ ਪੂਜਦੇ ਫਿਰਦੇ ਨੇ। ਕਿਹੋ ਜਿਹਾ ਦਿਮਾਗ ਹੋ ਗਿਆ ਸਾਡਾ। ਜੇ ਭਲਿਆ ਤੂੰ ਨੰਗਾ ਹੀ ਰਹਿਣਾ ਸੀ ਤੇ ਰੱਬ ਦੇ ਅੱਗੇ ਅਰਦਾਸ ਕਰ ਦਿੰਦਾ, ਕੋਈ ਕੁੱਤਾ ਬਿੱਲਾ ਬਣਾ ਦਿੰਦਾ, ਉਹ ਕਿਹੜੇ ਪੈਂਟਾਂ ਪਾਈ ਫਿਰਦੇ ਨੇ। ਤੂੰ ਬੰਦਿਆਂ ਵਾਲੀ ਜੂਨੇ ਕਾਹਤੋਂ ਆਇਆ? ਸਾਈਂ ਸਤਿਗੁਰਾਂ ਨੇ ਤਾਈਓ ਇਹ ਗੱਲ ਕਹੀ ਸੀ, ਤੂੰ ਬੰਦਿਆਂ ਵਾਲੇ ਕੰਮ ਕਰ, ਜਾਨਵਰਾਂ ਵਾਲੇ ਕੰਮ ਨਾ ਕਰ। ਜੇ ਇਹਨਾਂ ਕੰਮਾਂ ਦੇ ਨਾਲ ਰੱਬ ਮਿਲਦਾ ਤੇ ਰੱਬ ਤੁਹਾਡੇ ਤੋਂ ਪਹਿਲਾਂ ਬੜਿਆਂ ਕੋਲ ਪਹੁੰਚ ਜਾਣਾ ਸੀ। ਇੱਥੇ ਸਤਿਗੁਰੂ ਕਹਿ ਲਗੇ ਬਸਤਰ ਨਾ ਪਹਿਰੇ। ਕਹਿੰਦੇ ਬਸਤਰ ਨਹੀਂ ਤਨ ਦੇ ਉੱਤੇ ਪਾਉਂਦਾ। ਹੁਣ ਸਿਆਲ ਹੈ, ਠੰਡ ਦੇ ਵਿੱਚ ਅਹਨਿਸ ਕਹਿਰੈ, ਹੁਣ ਠਰਦਾ ਪਿਆ ਏ ਤੇ ਬੜਾ ਕਹਿਰ, ਤਨ ਨੂੰ ਕਹਿਰ ਹੁੰਦਾ ਪਿਆ ਏ। ਹੁਣ ਠੰਡ ਲੱਗਦੀ ਹੈ, ਟੈਂਪਰੇਚਰ ਬੜਾ ਡਾਊਨ ਚਲਾ ਗਿਆ, ਠਰੂ ਠਰੂ ਕਰਦਾ ਪਿਆ ਏ। ਠਰੂ ਠਰੂ ਕਰਦੇ ਨਾ ਤੇ ਬੰਦਗੀ ਹੋਣੀ ਹੈ ਤੇ ਨਾ ਹੀ ਇਹਦੀ ਸੁਰਤ ਜੁੜਨੀ ਹੈ। ਜੇ ਗਰਮੀ ਆ ਗਈ ਤਾਂ ਵੀ ਉਹ ਤਨ ਨੂੰ ਇੱਦਾਂ ਹੀ, ਜੇ ਸਰਦੀ ਆ ਗਈ ਤਾਂ ਵੀ ਤਨ ਨੂੰ ਇੱਦਾਂ ਹੀ। ਸਤਿਗੁਰੂ ਕਹਿ ਲਗੇ ਬਸਤਰ ਨਾ ਪਹਿਰੇ, ਤਨ ਤੇ ਕੱਪੜੇ ਨਹੀਂ ਪਾਉਂਦਾ, ਅਹਨਿਸ ਕਹਿਰੇ। ਅੱਗੇ ਫਿਰਕਾ ਜੀ ਇੱਕ ਮੋਨ ਵਿਗੂਤਾ। ਮੋਨ ਦਾ ਅਰਥ ਹੈ ਮੋਨੀ, ਵਿਗੂਤੇ ਦਾ ਅਰਥ ਹੈ ਕੁਰਾਏ ਪੈ ਜਾਣਾ। ਹੁਣ ਕੁਝ ਲੋਕ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਅਸੀਂ ਮੋਨੀ, ਅਸੀਂ ਬੋਲਦੇ ਨਹੀਂ, ਅਸੀਂ ਚੁੱਪ ਸਾਦੀ ਹੋਈ, ਸਾਡੇ ਮਹਾਂਪੁਰਖ ਕਿਸੇ ਨਾਲ ਬਚਨ ਨਹੀਂ ਕਰਦੇ। ਇਹਨੂੰ ਧਿਆਨ ਨਾਲ ਸੁਣਿਓ। ਮਨੋਵਿਗਿਆਨ ਇਹ ਗੱਲ ਕਹਿੰਦਾ ਹੈ ਜਿਸ ਮਨੁੱਖ ਦੀ ਜ਼ੁਬਾਨ ਨਹੀਂ ਚੱਲਦੀ ਉਹਦਾ ਮਨ ਕਈ ਗੁਣਾ ਜ਼ਿਆਦਾ ਚੱਲਦਾ ਹੈ। ਤੁਸੀਂ ਕਦੀ ਤਜਰਬਾ ਕਰਕੇ ਵੇਖਿਓ, ਸਾਡੀ એનર્ਜੀ ਹੈ ਨਾ, ਉਹ ਹਰ ਇੱਕ ਰੂਪ ਦੇ ਵਿੱਚ ਹਰੇਕ ਇੰਦਰੇ ਦੇ ਨਾਲ ਸਾਡੇ ਸਰੀਰ 'ਚੋਂ ਬਾਹਰ ਨਿਕਲਦੀ ਹੈ। ਜਿਹੜਾ ਬੰਦਾ ਸਵੇਰ ਤੋਂ ਲੈ ਕੇ 5-7 ਘੰਟੇ ਲਗਾਤਾਰ ਬੋਲਦਾ ਜਾਏਗਾ, ਮੂੰਹ ਥੱਕ ਜਾਂਦਾ ਹੈ, ਮਨ ਵੀ ਥੱਕ ਜਾਂਦਾ, ਬਹਿ ਜਾਏਗਾ, ਆਖੇਗਾ ਮੈਨੂੰ ਆਰਾਮ ਕਰਨ ਦਿਓ, ਮੇਰੇ ਕੋਲ ਨਹੀਂ ਹੁਣ ਬੋਲਿਆ ਜਾਣਾ,
मेरी वाह नहीं, ਉਹਦਾ मन भी चुप हो जाता उस वेले, थक गया। ਜਿਹੜਾ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੈਠਾ ਹੈ ਨਾ, ਬੈਠਾ ਘਰ ਦੇ ਵਿੱਚ ਮਨ ਦੇ ਵਿੱਚ ਪਤਾ ਨਹੀਂ ਕਈਆਂ ਦੇ ਨਾਲ ਹਾਸਾ ਖੇਡਾ ਕਰ ਲਿਆ, ਕਈਆਂ ਦੇ ਨਾਲ ਗੁੱਸੇ ਹੋ ਗਏ, ਕਈਆਂ ਦੇ ਨਾਲ ਲੜਾਈ ਵੀ ਕਰ ਲਈ, ਮਨ ਬੋਲਦਾ ਪਿਆ। ਸਤਿਗੁਰੂ ਕਹਿਣ ਲੱਗੇ ਮੋਨ ਵਿਗੂਤਾ, ਕਹਿੰਦੇ ਭਲਿਆ ਮੋਨੀ ਬਣ ਕੇ ਕਿਹੜੇ ਕੁਰਾਏ ਦੇ ਉੱਤੇ ਪੈ ਗਿਆ। ਜੇ ਗੂੰਗੇ ਰਹਿਣ ਦੇ ਨਾਲ, ਚੁੱਪ ਰਹਿਣ ਦੇ ਨਾਲ ਰੱਬ ਮਿਲਦਾ। ਰੁੱਖ ਕਿਸ ਨੇ ਬੋਲਦੇ ਸੁਣੇ ਨੇ? ਸੜਕਾਂ ਬੋਲਦੀਆਂ ਸੁਣੀਆਂ ਨੇ। ਬਹੁਤ ਸਾਡੇ ਕੋਲ ਜਿੰਨੀ ਵੀ ਬਨਸਪਤੀ ਹੈ ਕਦੀ ਕਿਸੇ ਨੇ ਬੋਲਦੀ ਸੁਣੀ? ਸਾਰੀ ਦੀ ਸਾਰੀ ਚੁੱਪ ਹੈ। ਜੇ ਚੁੱਪ ਰਹਿਣ ਦੇ ਨਾਲ ਰੱਬ ਮਿਲਦਾ ਹੁੰਦਾ ਤੇ ਯਾਦ ਰੱਖਿਓ ਸਾਰੀ ਬਨਸਪਤੀ ਜੰਗਲ ਕਦੇ ਦੇ ਬ੍ਰਹਮ ਗਿਆਨੀ ਬਣ ਜਾਂਦੇ, ਇਹ ਕਦੇ ਦੇ ਜਿਹੜੇ ਰੱਬ ਨੂੰ ਪਾ ਲੈਂਦੇ। ਮਸਲਾ ਇਸ ਗੱਲ ਦਾ ਨਹੀਂ ਤੂੰ ਚੁੱਪ ਹੈ ਜਾਂ ਤੂੰ ਬੋਲਦਾ ਹੈ, ਮਸਲਾ ਇਸ ਗੱਲ ਦਾ ਤੇਰਾ ਜੇ ਅੰਦਰ ਟਿਕਿਆ ਹੋਇਆ ਤੇ ਨਾਮ ਦੇ ਨਾਲ ਕਿੰਨਾ ਕੁ ਟਿਕਿਆ ਹੋਇਆ। ਅੱਜ ਨੂੰ ਤੁਸੀਂ ਅੱਜ ਦੇ ਸਮੇਂ 'ਚ ਜੇ ਤੁਸੀਂ ਧਰਮ ਸਮਝਣਾ ਹੈ ਨਾ, ਮੈਂ ਬੇਨਤੀ ਕਰਾਂ ਮਨੋਵਿਗਿਆਨ ਜ਼ਰੂਰ ਪੜ੍ਹ ਲਿਓ। ਮਨੋਵਿਗਿਆਨ ਨੇ ਇਹੋ ਜਿਹੇ ਸਾਰੇ ਭੁਲੇਖੇ ਕੱਢੇ ਹੋਏ ਨੇ। ਇਹ ਜੇ ਤੁਸੀਂ ਮਨੁੱਖ ਚੁੱਪ ਰਹਿੰਦਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਦਾ ਵੀ ਖੁਲਾਸਾ ਕੀਤਾ ਹੋਇਆ ਕਿ ਚੁੱਪ ਹੈ, ਚੁੱਪ ਨਾ ਹੋ ਬਈ। ਕਹਿੰਦੇ ਜੇ ਮੂੰਹ ਦੀ ਚੁੱਪ ਰੱਖਦਾ ਤੇ ਅੰਦਰੋਂ ਮਨੂਆ ਚੁੱਪ ਨਹੀਂ ਹੁੰਦਾ। ਟਿਕਾਉਣਾ ਕਿਹਨੂੰ ਸੀ ਅਸੀਂ? ਮਨ ਨੂੰ। ਗਲਤੀ ਮਨ ਕਰਦਾ ਏ, ਮਨੁੱਖ ਸਜ਼ਾ ਆਪਣੇ ਤਨ ਨੂੰ ਪਿਆ ਦਿੰਦਾ ਏ। ਅੱਖਾਂ ਦਾ ਕੰਮ ਸੀ ਵੇਖਣਾ, ਧਿਆਨ ਨਾਲ ਸੁਣਿਓ। ਅੱਖਾਂ ਨੇ ਕੇਵਲ ਤੇ ਕੇਵਲ ਵੇਖਣਾ ਹੈ, ਚੰਗਾ ਵੇਖਣਾ ਜਾਂ ਮੰਦਾ ਵੇਖਣਾ ਇਹ ਮਗਰ ਮਨ ਨੇ ਡਿਸਾਈਡ ਕਰਨਾ ਹੈ। ਪੈਰਾਂ ਦਾ ਕੰਮ ਹੈ ਕੇਵਲ ਤੇ ਕੇਵਲ ਤੁਰਨਾ ਹੈ। ਤੁਰਨਾ ਕਿੰਨੇ ਹੈ? ਮਨ ਨੇ ਦੱਸਣਾ ਹੈ। ਹੱਥਾਂ ਦਾ ਕੰਮ ਹੈ ਕਿਰਤ ਕਰਨੀ, ਕੰਮ ਕਰਨਾ। ਕਿਹੜਾ ਕੰਮ ਕਰਨਾ ਹੈ? ਤੈਨੂੰ ਮਨ ਕੰਟਰੋਲ ਕਰੀ ਫਿਰਦਾ ਹੈ। ਅੱਖਾਂ ਨੇ ਸਾਡੀਆਂ, ਇੱਕ ਪਾਸੇ ਮੇਰੀ ਭੈਣ ਬੈਠੀ ਹੈ, ਇੱਕ ਪਾਸੇ ਮੇਰੀ ਪਤਨੀ ਬੈਠੀ ਹੈ। ਦੋਨਾਂ ਨੂੰ ਅੱਖ ਦੇਖ ਰਹੀ ਹੈ, ਪਰ ਅੰਦਰ ਮਨ ਕਹਿ ਰਿਹਾ ਆ ਤੇਰੀ ਪਤਨੀ ਹੈ, ਆ ਤੇਰੀ ਭੈਣ ਹੈ। ਕਹਿ ਰਿਹਾ ਨਾ ਮਨ। ਅੱਖਾਂ ਦਾ ਕੰਮ, ਅੱਖਾਂ ਨੇ ਫੋਟੋ ਦੇਣੀ ਸੀ, ਕੈਮਰੇ ਨੇ ਫੋਟੋ ਦੇਣੀ, ਉਹਨੇ ਦੇ ਦਿੱਤੀ। ਕੰਨਾਂ ਦਾ ਕੰਮ ਹੈ ਸੁਣਨਾ। ਸੁਣਨਾ ਕੀ ਹੈ? ਮਨ ਕਹਿੰਦਾ ਹੈ ਬਾਣੀ ਸੁਣ, ਬਾਣੀ ਸੁਣੇਗਾ। ਮਨ ਕਹਿੰਦਾ ਨਹੀਂ ਗਾਣੇ ਲਾ ਲਾ, ਉਸੇ ਵੇਲੇ ਗਾਣੇ ਲਾ ਲੈਂਦਾ ਹੈ। ਇਸ ਕਰਕੇ ਗਲਤੀ ਮਨ ਕਰਦਾ ਹੈ, ਸਜ਼ਾ ਮਨੁੱਖ ਤਨ ਨੂੰ ਦਿੰਦਾ ਹੈ। ਮਨ ਇਹਦਾ ਪਰਿਵਾਰ 'ਚ ਨਹੀਂ ਟਿਕਿਆ, ਇਹਨੇ ਘਰ ਛੱਡ ਦਿੱਤਾ। ਸਜ਼ਾ ਕਿਹਨੂੰ ਮਿਲੀ? ਸਰੀਰ ਨੂੰ। ਮਨ ਇਹਦਾ ਜਿਹੜਾ ਸੀ ਖਾਣੇ ਭੋਜਨ 'ਤੇ ਨਾ ਟਿਕਿਆ, ਸਜ਼ਾ ਕਿਹਨੂੰ ਦਿੱਤੀ? ਅੰਨ ਛੱਡ ਕੇ ਸਰੀਰ ਨੂੰ। ਭੁੱਖਾ ਕੌਣ ਮਰਦਾ? ਸਰੀਰ ਮਰਦਾ ਨਾ। ਮਨ ਤੇ ਫਿਰ ਵੇਲੇ ਦਾ ਵੇਲਾ ਬੈਠਾ ਹੋਇਆ ਹੈ। ਰੱਬ ਦੇ ਨਾਲ ਜੁੜ ਲੱਗਿਆ, ਸੁਰਤ ਨਹੀਂ ਸੀ ਜੁੜਦੀ। ਸਜ਼ਾ ਕਿਹਨੂੰ ਦਿੱਤੀ? ਸਰੀਰ ਨੂੰ। ਮਨ ਫਿਰ ਵੱਖਰੇ ਦਾ ਵੱਖਰਾ ਰਹਿ ਗਿਆ। ਸਤਿਗੁਰੂ ਕਹਿਣ ਲੱਗੇ ਭਲਿਆ ਤੂੰ ਮਨ ਨੂੰ ਜਿੱਤ ਲੱਗ। ਅਸੀਂ ਰੋਜ਼ ਬਚਨ ਪੜ੍ਹਦੇ ਹਾਂ, ਮਨ ਜੀਤੈ ਜਗ ਜੀਤ। ਮਨ ਨੂੰ ਜਿੱਤ ਲੇਗਾ ਸਾਰਾ ਹੀ ਮਸਲਾ ਹੱਲ ਹੋ ਜਾਏਗਾ। ਮਨ ਜਿੱਤਿਆ ਗਿਆ, ਅੱਖਾਂ ਮਾੜਾ ਨਹੀਂ ਵੇਖਣਗੀਆਂ। ਮਨ ਜਿੱਤਿਆ ਗਿਆ, ਹੱਥ ਰਿਸ਼ਵਤ ਨਹੀਂ ਲੈਣਗੇ। ਮਨ ਜਿੱਤਿਆ ਗਿਆ, ਪੈਰ ਮਾੜੇ ਥਾਂ ਨਹੀਂ ਜਾ ਕੇ ਚੱਲਣਗੇ। ਮਨ ਜਿੱਤਿਆ ਗਿਆ ਤੇ ਜ਼ੁਬਾਨ ਕਦੀ ਕੌੜਾ ਨਹੀਂ ਬੋਲੇਗੀ। ਤੇਰਾ ਮਨ ਹਾਰਿਆ ਹੋਇਆ ਏ ਤੇ ਤੂੰ ਸਰੀਰ ਨੂੰ ਜਿੱਤਦਾ ਪਿਆ ਫਿਰਦਾ ਹੈ। ਸਰੀਰ ਦਾ ਕੀ ਸੀ? ਸਰੀਰ ਤੇ ਉਹਨਾਂ ਦੇ ਕੋਲ ਵੀ ਹੈ, ਕਈਆਂ ਦੇ ਹੱਥ ਨਹੀਂ ਚੱਲਦੇ ਤੇ ਕਈਆਂ ਦੇ ਪੈਰ ਨਹੀਂ ਚੱਲਦੇ, ਕਈਆਂ ਦੇ ਕੰਨ ਨਹੀਂ ਚੱਲਦੇ, ਕਈਆਂ ਦੀ ਅੱਖਾਂ ਨਹੀਂ ਚੱਲਦੀਆਂ, ਕਿਸੇ ਦੀ ਜ਼ੁਬਾਨ ਨਹੀਂ ਚੱਲਦੀ। ਇੱਦਾਂ ਰੱਬ ਨਹੀਂ ਮਿਲਣਾ। ਸਤਿਗੁਰੂ ਕਹਿਣ ਲੱਗੇ ਇਹ ਕੀ ਕਰਦਾ ਏ ਕਿ ਬਸਤਰ ਨਾ ਪਹਿਰੈ, ਕੱਪੜੇ ਨਹੀਂ ਪਾਉਂਦਾ। ਅਹਨਿਸ ਕਹਿਰੈ, ਦਿਨ ਰਾਤ ਜਿਹੜਾ ਏ ਉਹ ਦੁਖੀ ਹੁੰਦਾ ਪਿਆ ਏ। ਕਹਿਣ ਲੱਗੇ ਮੋਨ ਵਿਗੂਤਾ, ਕਹਿੰਦਾ ਮੋਨੀ ਬਣ ਕੇ ਕੁਰਾਏ ਪਿਆ ਏ। ਆਪਣੇ ਆਪ ਨੂੰ ਕਹਿੰਦਾ ਮੈਂ ਮੋਨੀ ਸਾਧੂ। ਸਤਿਗੁਰੂ ਕਹਿੰਦੇ ਜਿੰਨਾ ਤੇਰਾ ਮਨੂਆ ਬੋਲਦਾ ਹੈ ਨਾ, ਭਲਿਆ ਮੈਨੂੰ ਦੱਸ ਕਿਉਂ ਜਾਗੈ ਗੁਰ ਬਿਨ ਸੂਤਾ। ਕਹਿੰਦੇ ਗੁਰੂ ਤੋਂ ਬਿਨਾ ਤੂੰ ਇੰਨੀ ਕੁ ਮਾਇਆ ਦੀ ਨੀਂਦ ਦੇ ਵਿੱਚ ਸੁੱਤਾ ਪਿਆ, ਜਿੰਨਾ ਚਿਰ ਸ਼ਬਦ ਨਹੀਂ ਸੁਣਦਾ। ਮੈਨੂੰ ਦੱਸ ਕਿੱਦਾਂ ਜਾਗੇਗਾ, ਕਿੰਨਾ ਕੁ ਚਿਰ ਸੁੱਤਾ ਰਵੇਂਗਾ? ਗੁਰੂ ਤੋਂ ਬਿਨਾ ਕਿਸੇ ਨੇ ਨਹੀਂ ਜਗਾਉਣਾ। ਗੁਰੂ ਦਾ ਸ਼ਬਦ ਹੀ ਮਨੁੱਖ ਦੇ ਸੁੱਤੇ ਹੋਏ ਮਨ ਨੂੰ ਜਿਹੜਾ ਹੈ ਇਹਨਾਂ ਚੀਜ਼ਾਂ ਵੱਲੋਂ ਜਗਾ ਸਕਦਾ ਹੈ। ਅੱਗੇ ਫਿਰਕਾ ਇੱਕ ਹੋਰ ਹੈ, ਕਹਿਣ ਲੱਗੇ ਪੱਗ ਉਪੇ ਤਾਣਾ। ਪੱਗ ਦਾ ਅਰਥ ਹੈ ਪੈਰ। ਬਾਬਾ ਜੀ ਚੁੱਪ ਕਰਾ ਦਿਓ ਬੱਚੇ ਨੂੰ। ਪੱਗ ਦਾ ਅਰਥ ਹੈ ਪੈਰ। ਉਪੇ ਤਾਣਾ ਦਾ ਅਰਥ ਹੁੰਦਾ ਜਿਹੜਾ ਜੁੱਤੀ ਨਹੀਂ ਪਾਉਂਦਾ। ਹੁਣ ਇੱਕ ਫਿਰਕਾ ਇਹ ਵੀ ਹੈ ਜਿਹੜਾ ਨੰਗੇ ਪੈਰ ਹੀ ਰਹਿੰਦਾ ਹੈ। ਸਤਿਗੁਰੂ ਕਹਿੰਦੇ ਆਪਣਾ ਕੀਆ ਕਮਾਣਾ। ਹੁਣ ਪੈਰਾਂ ਦੇ ਵਿੱਚ ਜੁੱਤੀ ਨਹੀਂ ਪਾਈ, ਕੱਚੇ ਥਾਂ 'ਤੇ ਗਿਆ, ਪੈਰਾਂ 'ਚ ਕੰਡੇ ਵੱਜ ਗਏ, ਅੱਡੀਆਂ ਪਾਟ ਗਈਆਂ, ਕਦੀ ਰੋੜ ਵੱਜੇ, ਕਦੀ ਕੰਕਰ ਵੱਜੇ, ਸੁੱਜ ਕੇ ਪੈਰ ਜਿਹੜੇ ਸੀ ਮੋਟੇ ਭੜੋਲਾ ਬਣ ਗਏ। ਕਹਿੰਦੇ ਸੇਲੇ ਕਹਿਣਗੇ ਸਾਡੇ ਸਾਧੂ ਦੀ ਇਹ ਤਪੱਸਿਆ ਬੜੀ। ਇਹ ਕਦੀ ਤਪੱਸਿਆ ਹੋਈ? ਜੇ ਨੰਗੇ ਪੈਰ ਹੀ ਰਹਿਣਾ ਸੀ ਤੇ ਜਾਨਵਰਾਂ ਨੂੰ ਕੌਣ ਬੂਟ ਪਾਉਂਦਾ? ਸਾਰੇ ਨੰਗੇ ਪੈਰ ਹੀ ਰਹਿੰਦੇ ਨੇ। ਕਿਸੇ ਨੂੰ ਆ ਜਿਹੜੇ ਖੱਚਰ ਵਾਹੇ ਜਾਂਦੇ ਨੇ ਨਾ ਘੋੜੇ, ਉਹਨਾਂ ਨੂੰ ਜਿਹੜੀਆਂ ਉਹ ਥੱਲੇ ਲਾਇਆ ਜਾਂਦਾ ਹੈ ਕੇਵਲ ਤੇ ਕੇਵਲ। ਬਾਕੀ ਸਾਰੇ ਡੰਗਰ ਤੁਹਾਡੇ ਕੋਲ ਕੁੱਤੇ ਹੋਣੇ ਘਰਾਂ 'ਚ, ਸਾਡੇ ਕੋਲ ਗਾਵਾਂ ਮੱਝਾਂ ਪਈਆਂ ਨੇ। ਕਦੀ ਕਿਸੇ ਨੇ ਬੂਟ ਪਾਏ ਸਿਆਲ 'ਚ?
ਉਹ ਸਾਰੇ ਨੰਗੇ ਪੈਰੀ ਰਹਿੰਦੇ ਨੇ। ਨੰਗੇ ਪੈਰੀ ਰਹਿਣ ਦੇ ਨਾਲ ਰੱਬ ਕਦੀ ਨਹੀਂ ਮਿਲਦਾ। ਇਹ ਸਾਡੇ ਧਰਮ ਦੇ ਵਿੱਚ ਵੀ ਬੜਾ, ਮੈਨੂੰ ਮਾਫ ਕਰਿਓ, ਯਾਦ ਰੱਖਿਓ, ਮਸਲਾ ਨੰਗੇ ਪੈਰੀ ਦਾ ਨਹੀਂ ਹੈ। ਰੱਬ ਨੇ ਤੈਨੂੰ ਜੁੱਤੀ ਦਿੱਤੀ ਹੈ, ਪਾਉਂਦਾ ਕਿਉਂ ਨਹੀਂ ਹੈ? ਜੇ ਜੁੱਤੀ ਮਿਲੀ ਹੈ, ਤੂੰ ਚੱਪਲ ਪਾ, ਬੂਟ ਪਾ, ਕੁਛ ਵੀ ਪਾ। ਜੇ ਚੰਗੇ ਪੈਸੇ ਨੇ ਤਾਂ ਵਧੀਆ ਖਰੀਦ ਕੇ ਪਾ, ਸੋਹਣਾ ਲੱਗੇਗਾ। ਜੇ ਥੋੜੇ ਪੈਸੇ ਘੱਟ ਨੇ ਤੇ 50-60 ਦੀ ਵੀ ਚੱਪਲ ਆ ਜਾਂਦੀ, ਮੇਰੇ ਵਰਗਾ ਜਿਹੜੀ ਪਾਉਂਦਾ, ਉਹ ਪਾ ਲਾ। ਨੰਗੇ ਪੈਰੀ ਰਹਿਣ ਦੇ ਨਾਲ ਰੱਬ ਨਹੀਂ ਮਿਲਣਾ। ਸਤਿਗੁਰੂ ਕਹਿੰਦੇ ਪੱਗ ਉੱਪੇ ਤਾਣਾ, ਕਹਿੰਦੇ ਪੈਰਾਂ ਤੋਂ ਨੰਗਾ ਏ। ਹੁਣ ਪੈਰਾਂ ਤੋਂ ਨੰਗੇ ਹੋਣ ਕਰਕੇ ਅੱਡੀਆਂ ਪਾੜ ਗਈਆਂ, ਅੱਡੀਆਂ ਪਾੜਦੀਆਂ ਇੰਨੀਆਂ ਪਾੜ ਗਿਆ, ਖੂਨ ਵਗਣ ਲੱਗਿਆ, ਤੁਰਿਆ ਨਹੀਂ ਜਾਂਦਾ। ਹੁਣ ਤੁਰਦਾ ਏ, ਇੱਕ ਅੱਡੀਆਂ ਦੇ ਵਿੱਚੋਂ ਖੂਨ ਵਗਦਾ ਏ, ਦੁਖੀ ਹੁੰਦਾ, ਅੱਖਾਂ ਦੇ ਵਿੱਚੋਂ ਅਥਰੂ ਵਗਦੇ ਪਏ ਨੇ। ਸਤਿਗੁਰੂ ਕਹਿਣ ਲੱਗੇ ਆਪਣਾ ਕੀਆ ਕਮਾਣਾ। ਕਹਿੰਦੇ ਹੁਣ ਪੈਰ ਸੁੱਜ ਗਏ, ਮੈਂ ਦੱਸ ਕੀ ਕਰਾਂ? ਰੱਬ ਪਰਮਾਤਮਾ ਦੇ ਇਹ ਬਚਨ ਕਹਿੰਦੇ, ਗੁਰੂ ਨਾਨਕ ਸਾਹਿਬ ਕਹਿੰਦੇ ਹੁਣ ਮੈਂ ਕੀ ਕਰਾਂ? ਆਪਣਾ ਕੀਤਾ ਤੂੰ ਆਪ ਕਮਾ ਰਿਹਾ ਏ। ਅੱਗੇ ਇੱਕ ਫਿਰਕਾ ਜੀ, ਅਲ ਮਲ ਖਾਈ ਸਿਰ ਛਾਈ ਪਾਈ। ਅਲ ਦਾ ਅਰਥ ਹੈ ਤਾਜੀ, ਮਲ ਦਾ ਅਰਥ ਹੈ ਗੰਦਗੀ, ਖਾਈ ਦਾ ਅਰਥ ਹੈ ਖਾਣੀ। ਧਿਆਨ ਨਾਲ ਸੁਣਿਓ ਇਹਨੂੰ। ਕਾਫੀ ਸਮਾਂ ਪਹਿਲਾਂ ਇੱਕ ਸ਼ਬਦ ਦੀ ਵਿਚਾਰ ਚੱਲੀ ਸੀ, ਜੈਨੀਆਂ ਦੇ ਪ੍ਰਥਾਏ, ਮੈਂ ਉਹਦੇ ਵਿਚਾਰ ਕੀਤੀ ਸੀ। ਕੋਈ ਇਹ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਅਲ ਮਲ ਖਾਈ ਦਾ ਸਿੱਧਾ ਅਰਥ ਕਰ ਦਿੱਤਾ ਜੀ ਗੰਦੀਆਂ ਮੰਦੀਆਂ ਚੀਜ਼ਾਂ ਖਾਂਦਾ ਹੈ। ਚਲੋ ਜੇ ਗੰਦੀਆਂ ਮੰਦੀਆਂ ਚੀਜ਼ਾਂ ਵੀ ਲਾ ਲਈਏ ਤੇ ਗੰਦ ਤੇ ਸੂਰ ਬਥੇਰਾ ਖਾਂਦਾ ਫਿਰਦਾ, ਤੂੰ ਬੰਦੇ ਦੀ ਜੂਨੀ ਕਿਹੜੀ ਗੱਲੋਂ ਆ ਗਿਆ? ਮੈਂ ਜਦੋਂ ਸਲੋਕ ਪੜ੍ਹਿਆ ਮੈਂ ਸੋਚਦਾ ਸੀ ਬੰਦਿਆਂ ਵਾਲੇ ਕੰਮ ਹੀ ਕੋਈ ਨਹੀਂ। ਗੰਦਮੰਦ ਸਾਰਾ ਕੌਣ ਸਾਫ਼ ਕਰਦਾ? ਸੂਰ ਕਰਦਾ ਹੈ ਨਾ। ਤੇ ਜੇ ਤੂੰ ਗੰਦਗੀ ਖਾਣੀ ਹੈ ਤਾਂ ਸੂਰ ਹੀ ਬਣ ਜਾਂਦਾ। ਮਨੁੱਖਾ ਜਨਮ ਕਾਤੋਂ ਲਿਆ ਕੇ ਕਿਸੇ ਦਾ ਤੇ ਉਹ ਸਰੀਰ ਵੀ ਖਰਾਬ ਕੀਤਾ। ਇਹ ਕੁਝ ਵਿਦਵਾਨਾਂ ਨੇ ਅਲ ਮਲ ਖਾਈ ਦਾ ਅਰਥ ਇਹ ਕੀਤਾ ਆਪਣੀ ਵਿਸ਼ਟਾ ਪਿਆ ਖਾਂਦਾ ਹੈ। ਜਿਹੜੇ ਜੈਨੀ ਲੋਕ ਨੇ ਨਾ, ਉਹ ਕੀ ਕਰਦੇ ਸਨ? ਇੱਕ ਪੰਗਤੀ ਹੈ, ਇਹਦੀ ਕਾਫੀ ਸਮਾਂ ਪਹਿਲਾਂ ਵਿਚਾਰ ਆ ਗਈ। ਫੂਲ ਫਦੀਅਤ ਮੋਹ ਲੈਣ ਪੜਾਸਾਂ, ਪਾਣੀ ਦੇਖ ਸੰਗਾਈ। ਇਹਦੇ ਅਰਥ ਕਰ ਦੇਣਾ। ਫਦੀਅਤ ਦਾ ਅਰਥ ਟੋਇਲਟ, ਮੈਂ ਸ਼ਬਦ ਸੰਕੋਚਵੇਂ ਰੱਖਾਂ। ਉਹ ਉਦੋਂ ਲੋਕ ਬਾਹਰ ਜਾਂਦੇ ਸਨ, ਉਹਨਾਂ ਕੀ ਕਰਨਾ? ਆਪਣੀ ਟੋਇਲਟ ਨੂੰ, ਗੰਦਗੀ ਵਿਸ਼ਟਾ ਨੂੰ ਨਾ ਤੀਲੇ ਦੇ ਨਾਲ ਫੋਲਣਾ। ਉਹ ਤਾਂ ਫੋਲਦੇ ਸਨ ਕਿ ਵਿੱਚ ਜਿਹੜਾ ਕੋਈ ਕੀੜਾ ਕੂੜਾ ਪਿਆ ਪੇਟ 'ਚ ਉਹ ਨਿਕਲੇ ਤੇ ਉਹ ਨਾ ਮਰ ਜਾਵੇ। ਹੁਣ ਜਦੋਂ ਫੋਲਣਾ, ਉਹਦੇ ਵਿੱਚੋਂ ਜਿਹੜੀ ਇਹ ਭੜਾਸ ਨਿਕਲਣੀ। ਸਤਿਗੁਰੂ ਕਹਿੰਦੇ ਇਹ ਕਿਹੋ ਜਿਹਾ ਧਰਮ ਹੋਇਆ ਜਿਹੜਾ ਗੰਦ ਸੁੱਟ ਗਿਆ, ਉਹਦੀਆਂ ਹੁਣ ਜਿਹੜੀਆਂ ਸੁਗੰਧੀਆਂ ਲਈ ਫਿਰਦਾ, ਉਹਦੀਆਂ ਭੜਾਸਾਂ ਮੂੰਹ ਨੂੰ ਚਾੜੀ ਫਿਰਦਾ। ਤੁਸੀਂ ਇਹੋ ਜਿਹੇ ਧਰਮ ਨੂੰ ਪ੍ਰਵਾਨ ਕਰੋਗੇ? ਜਿਹੜੀ ਚੀਜ਼ ਨੂੰ ਤੁਸੀਂ ਪਾਣੀ ਪਾ ਕੇ ਜਾਂ ਇਹ ਕਿਸੇ ਚੀਜ਼ ਦੇ ਨਾਲ ਵੇਸਟ ਕਰ ਦਿੰਦੇ ਜੇ, ਉਹਦੇ ਵਿੱਚੋਂ ਧਰਮ ਲੱਭਦੇ ਫਿਰਦੇ ਨੇ। ਫੋਲ ਫਦੀਅਤ ਮੂੰਹ ਲੈਣ ਪੜਾਸਾਂ। ਹੁਣ ਪੜਾਸ ਨਕਸਾਂ ਨੂੰ ਚੜ੍ਹਦੀ ਹੈ। ਪਾਣੀ ਦੇਖ ਸੰਗਾਈ, ਨਾ ਹੱਥ ਧੋਂਦੇ ਨੇ ਨਾ ਆਪ ਨਹਾਉਂਦੇ ਨੇ। ਸਤਿਗੁਰੂ ਕਹਿਣ ਲੱਗੇ ਆ ਵੀ ਧਰਮ ਜੀ ਇਹੋ ਜਿਹੇ। ਮੈਂ ਨਾ ਸ਼ੁਕਰ ਕਰੋ ਗੁਰੂ ਨਾਨਕ ਸਾਹਿਬ ਦਾ, ਜਿਨ੍ਹਾਂ ਨੇ ਤੁਹਾਨੂੰ ਐਡਾ ਵਧੀਆ ਜੀਵਨ ਦੇ ਦਿੱਤਾ। ਸਾਨੂੰ ਖਾਣ ਨੂੰ ਗੁਰਦੁਆਰਿਓਂ ਕੀ ਮਿਲਦਾ? ਕੜਾਹ ਪ੍ਰਸ਼ਾਦ ਦੀ ਦੇਗ। ਕੀ ਪੈਂਦਾ? 5 ਚੀਜ਼ਾਂ ਪੈਂਦੀਆਂ ਨੇ, ਸੁਣਿਓ। ਆਟਾ ਪੈਂਦਾ ਏ, ਸਾਰੇ ਘਰਾਂ 'ਚ ਵਰਤਦੇ ਆ। ਘਿਓ ਪੈਂਦਾ ਏ, ਬੜੀ ਵਧੀਆ ਚੀਜ਼ ਹੈ। ਖੰਡ ਪੈਂਦੀ ਹੈ। ਚੌਥਾ ਪਾਣੀ, ਤੇ ਪੰਜਵੀਂ ਬਾਣੀ ਪੜ੍ਹੀ ਜਾਂਦੀ ਹੈ। 5 ਚੀਜ਼ਾਂ ਤਿਆਰ ਹੁੰਦਾ ਹੈ ਦੇਗ। ਸਾਨੂੰ ਉਹ ਵੀ ਚੰਗੀ ਨਹੀਂ ਲੱਗਦੀ। ਕਦੀ ਸੋਚ ਕੇ ਵੇਖਿਓ, ਆ ਦੇਗ ਖਾਣੀ ਚੰਗੀ ਸੀ ਜਾਂ ਜਿਹਦੀ ਮੈਂ ਗੱਲ ਕੀਤੀ ਇਹ ਖਾਣੀ ਚੰਗੀ ਹੈ? ਆਪਣੇ ਮਨ ਨੂੰ ਸੋਚੋ, ਧਰਮ ਕਿਹੜਾ ਚੰਗਾ ਹੈ, ਕਿਹੜੀ ਚੀਜ਼ ਹੈ? ਇੱਕ ਮਨੁੱਖ ਗੰਦਗੀ ਨੂੰ ਫੋਲਦਾ ਪਿਆ ਹੈ, ਇੱਕ ਮਨੁੱਖ ਗੁਰੂ ਕੋਲ ਆਣ ਕੇ ਬਾਣੀ। ਤੁਸੀਂ ਸ਼ੁਕਰ ਕਰਿਆ ਕਰੋ ਰੱਬ ਦਾ ਜੇ ਗੁਰਦੁਆਰੇ ਆਉਂਦੇ ਇਹਨਾਂ ਚੀਜ਼ਾਂ ਤੋਂ ਬਚ ਗਏ, ਨਹੀਂ ਤੇ ਨਾਸਾਂ ਨੂੰ ਸਾਡੇ ਬੜੀ ਭੜਾਸ ਚੜਿਆ ਕਰਨੀ ਸੀ। ਸਤਿਗੁਰੂ ਕਹਿਣ ਲੱਗੇ ਅਲ ਮਲ ਖਾਈ, ਤਾਜੀ ਗੰਦਗੀ ਪਿਆ ਖਾਂਦਾ ਹੈ। ਸੂਰਾਂ ਵਾਲੇ ਕਾਵਾਂ ਵਾਲੇ ਕੰਮ, ਕਾਵਾਂ ਦੇ ਕੰਮ ਨੇ ਨਾ, ਕਾਂ ਚੁੰਝ ਮਾਰਦੇ ਗੰਦਗੀ 'ਚ। ਅਲ ਮਲ ਖਾਈ ਸਿਰ ਛਾਈ ਪਾਈ। ਛਾਈ ਦਾ ਅਰਥ ਹੈ ਸੁਆਹ। ਹੁਣ ਕੀ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਦੇ ਜੈਨੀਆਂ ਦੇ ਵਾਲ ਪੁੱਟੇ ਜਾਂਦੇ ਨੇ ਨਾ, ਕੁਝ ਤੇ ਚਲੋ ਜਿਹੜੇ ਹਿੰਦੂ ਬੋਧੀ ਕਰਾਉਂਦੇ ਨੇ ਉਹ ਉਸ ਤਰ੍ਹਾਂ ਫਰਾ ਕੇ ਤੇ ਵਾਲ ਕਟਾ ਲੈਂਦੇ ਨੇ। ਕੁਝ ਫਿਰਕਾ ਇਹੋ ਜਿਹਾ ਹੈ ਕਿ ਭੱਖ ਦੇ ਅੰਗਿਆਰ ਲੈ ਕੇ ਨਾ, ਗੋਏ ਤੋਂ ਅੰਗਿਆਰ ਬਣੇ ਨਾ, ਭੱਖ ਦੇ ਅੰਗਿਆਰ ਗਰਮ ਗਰਮ ਸਵਾਹ ਲੈ ਕੇ ਸਿਰ 'ਚ ਪਾਉਣੀ, ਸਿਰ 'ਚ ਪਾ ਕੇ ਤੇ ਕੱਲਾ ਕੱਲਾ ਵਾਲ ਪੁੱਟਦੇ ਨੇ। ਆਹ ਧਰਮ ਜੇ ਉਹਨਾਂ ਦਾ। ਤਾਂ ਇੱਕ ਵਾਲ ਪੁੱਟ ਕੇ ਵੇਖ ਲਿਓ ਕਿੰਨੀ ਪੀੜ ਹੁੰਦੀ ਹੈ। ਸਾਰੇ ਸਿਰ ਦੇ ਵਾਲ ਇਦਾਂ ਪੁੱਟੇ ਜਾਂਦੇ ਜੀ। ਸਤਿਗੁਰੂ ਕਹਿੰਦੇ ਸਿਰ 'ਚ ਖੇਪ ਵਾਲੀ, ਧਰਮ ਫਿਰ ਵੀ ਪੱਲੇ ਕੱਖ ਨਾ ਪਿਆ। ਕਿਹੋ ਜਿਹੇ ਧਰਮ ਨੇ? ਅਲ ਮਲ ਖਾਈ ਸਿਰ ਛਾਈ ਪਾਈ। ਸਤਿਗੁਰੂ ਕਹਿ ਲਗੇ ਮੂਰਖ ਅੰਧਾ ਹੈ। ਕਹਿੰਦੇ ਕਿਉਂ ਮੂਰਖਾਂ ਵਾਲੇ ਕੰਮ ਕਰਦਾ? ਅੰਨਿਆਂ ਵਾਲੇ ਕੰਮ ਨੇ ਤੇਰੇ। ਦੇਖੋ ਸ਼ਬਦ ਸਤਿਗੁਰੂ ਨੇ ਸਪਸ਼ਟ ਲਿਖੇ ਹੋਏ ਨੇ। ਮੂਰਖ ਅੰਧਾ ਪੱਤ ਗਵਾਈ। ਕਹਿੰਦੇ ਲੋਕਾਂ ਦੇ ਵਿੱਚੋਂ ਵੀ ਇੱਜ਼ਤ ਜਾਂਦੀ ਰਹੀ। ਲੋਕ ਮੱਥੇ ਥੋੜੀ ਲੱਗਣਗੇ। ਜਿਹਦੇ ਗੰਦਗੀ ਦੇ ਨਾਲ ਹੱਥ ਲਿਬੜੇ ਨੇ, ਸਵਾਹ ਦੇ ਨਾਲ ਹੱਥ ਭਰੇ ਨੇ, ਉਹਨੂੰ ਤੁਸੀਂ ਮੱਥਾ ਟੇਕ ਦਿਓਗੇ? ਜਿਹੜਾ ਨਹਾ ਕੇ ਨਹੀਂ ਆਇਆ, ਕਿਲੋ ਕਿਲੋ ਮੈਲ ਚੰਬੜੀ ਹੈ, ਉਹਦੇ ਮੱਥੇ ਲੱਗਣ ਨੂੰ ਕਿਹਦਾ ਜੀ ਕਰਦਾ ਹੈ? ਸਤਿਗੁਰੂ ਕਹਿੰਦੇ ਮੂਰਖ ਅੰਧਾ ਪੱਤ ਗਵਾਈ, ਵਿਨ ਨਾਮੈ ਕਿਛ ਥਾਏ ਨਾ ਪਾਈ। ਕਹਿੰਦੇ ਜੇ ਨਾਮ ਨਹੀਂ ਨਾ ਜਪਦਾ
ਉੱਤੇ ਜਿੰਨੇ ਵੀ ਕਰਮ ਦੱਸੇ ਨੇ ਸਤਿਗੁਰੂ ਕਹਿੰਦੇ ਕਿਸੇ ਵੀ ਥਾਂ ਦੇ ਵਿੱਚ ਨਹੀਂ ਪੈਣੇ। ਕੇਵਲ ਤੇ ਕੇਵਲ ਅੰਨਿਆਂ ਵਾਲੇ ਕਰਮ ਨੇ ਜਿਹੜਾ ਤੂੰ ਕਰਦਾ ਰਿਹਾ। ਤੇਰੇ ਅੰਦਰ ਇਨਸਾਨੀਅਤ ਨਹੀਂ, ਤੇਰੇ ਅੰਦਰ ਜਾਨਵਰ ਲੁਕਿਆ ਹੋਇਆ ਹੈ। ਤੈਨੂੰ ਸਮਾਜ 'ਚ ਰਹਿਣ ਦਾ ਹੱਕ ਨਹੀਂ, ਤੂੰ ਕਿਤੇ ਜੰਗਲਾਂ ਦੇ ਵਿੱਚ ਰਿਹਾ ਕਰ। ਸੋ ਇਹਦੀ ਵੀ ਇਹ ਤੋਂ ਅੱਗੇ ਵਿਚਾਰ ਰਹੇ ਬਿਬਾਣੀ ਮੜੀ ਮਸਾਣੀ ਅੰਧ ਨ ਜਾਣੇ ਫਿਰ ਪਛਤਾਣੀ ਆਪਾਂ ਕੱਲ ਨੂੰ ਸਾਂਝੀ ਕਰਾਂਗੇ। ਇੱਥੇ ਹੀ ਸਮਾਪਤੀ ਹੈ। ਮੈਂ ਇੱਕੋ ਬੇਨਤੀ ਕਰਾਂ ਗੁਰਮੁਖੋ, ਇਹੋ ਜਿਹੇ ਵਹਿਮਾਂ ਭਰਮਾਂ ਤੋਂ ਨਿਕਲੋ। ਜੇ ਇਨਸਾਨ ਬਣੇਗੇ, ਜੇ ਇਨਸਾਨਾਂ ਵਾਲੇ ਕੰਮ ਕਰੋ, ਜੇ ਇੱਦਾਂ ਦੇ ਮੂੰਹ ਮਾਂ ਮਾਰਨੇ ਨੇ ਉਰੇ ਪਰੇ, ਤੇ ਰੱਬ ਅੱਗੇ ਅਰਦਾਸ ਕਰ ਦਿਓ ਕੁੱਤੇ ਬਿੱਲੇ ਬਣ ਜਾਈਏ, ਤੇ ਉਹ ਕੰਮ ਥੋੜ੍ਹਾ ਜਿਹਾ ਸੌਖਾ ਹੋ ਜਾਏਗਾ। ਖਾਣਾ ਪੀਣਾ ਸਾਨੂੰ ਸੌਖਾ ਹੈ। ਇਸ ਕਰਕੇ ਜੇ ਸਤਿਗੁਰਾਂ ਨੇ ਸਾਨੂੰ ਮਨੁੱਖਾ ਜਨਮ ਦਿੱਤਾ ਹੈ, ਅਸੀਂ ਇਹਦੇ ਵਿੱਚ ਰਹਿ ਕੇ ਕੇਵਲ ਤੇ ਕੇਵਲ ਨਾਮ ਜਪੀਏ। ਸਰਬ ਧਰਮ ਹੈ ਸ੍ਰੇਸ਼ਟ ਧਰਮ। ਕੀ ਧਰਮ ਹੈ? ਹਰ ਕੋ ਨਾਮ ਜਪ, ਨਿਰਮਲ ਕਰਮ ਸ਼ੁਭ ਕਰਮ ਕਰਤੇ ਪ੍ਰਮਾਤਮਾ ਦਾ ਨਾਮ ਜਪ। ਤੇਰਾ ਲੋਕ ਵੀ ਸੌਖਾ ਪਰਲੋਕ ਵੀ ਸੁਹੇਲਾ, ਤੇ ਜੀਵਨ ਸਫਲ ਹੋ ਜਾਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਗਲਤੀਆਂ ਦੀ ਖਿਮਾ। ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ। ਪੱਗ ਉਪੇ ਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੈ ਪਤ ਗਵਾਈ, ਬਿਨ ਨਾਮੈ ਕਿਛ ਥਾਏ ਨਾ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।